ਅੱਜ मैं ਤੁਹਾਨੂੰ ਸਿਖਾਉਂਦਾ ਆ ਨੋਟਪੈਡ ਦੇ ਵਿੱਚ ਹੀ ਐਡੀਟਿੰਗ ਕਿਵੇਂ ਕਰਨੀ ਹੈ ਤੇ ਨੋਟਪੈਡ ਦਾ ਕੁਝ ਬਾਕੀ ਕੰਮ ਹੈ। ਉਹ ਕੱਲੀ ਨੋਟਪੈਡ 'ਚ ਹੀ ਨਹੀਂ ਹੈ, ਉਹ ਓਵਰਆਲ ਜਿੰਨੀਆਂ ਵੀ ਹੋਰ ਆਪਾਂ ਫਰਦਰ ਐਪਲੀਕੇਸ਼ਨਸ ਆ ਹੋਰ ਕੁਝ ਸਿੱਖਣਾ ਉਹ 'ਚ ਵੀ ਕੰਮ ਆਊਗਾ। ਮੈਂ ਨੋਟਪੈਡ ਨੂੰ ਹੀ ਸਟਾਰਟ ਕਰਦਾ, ਉਹਦੇ ਵਿੱਚੋਂ ਹੀ ਤੁਹਾਨੂੰ ਮੈਂ ਦੱਸਦਾ ਆ। ਮੈਂ ਨੋਟਪੈਡ ਨੂੰ ਕੀਤਾ, ਸਟਾਰਟ ਬਟਨ 'ਤੇ ਨੋਟਪੈਡ ਟਾਈਪ ਕਰਕੇ ਨੋਟਪੈਡ ਉੱਪਰ ਆ ਗਈ, ਕਲਿੱਕ ਕੀਤਾ, ਨੋਟਪੈਡ ਸਟਾਰਟ ਹੋ ਗਈ। ਇਹਦੇ 'ਚ ਮੈਂ ਜਿਵੇਂ ਕੋਈ ਫਾਈਲ ਬਣੀ ਹੋਈ ਹੈ ਉਹਨੂੰ ਖੋਲ੍ਹ ਲਵਾਂ, ਸ਼ਾਇਦ ਆਹ ਫਾਈਲ 'ਚ ਕੀ ਹੈ ਪਤਾ ਨਹੀਂ ਹੈ, ਮੈਂ ਖੋਲ੍ਹ ਕੇ ਦੇਖਦਾ ਕਿਉਂਕਿ ਇਹ ਸਾਡੇ ਕੱਲ੍ਹ ਵਾਲਾ ਕੰਪਿਊਟਰ ਨਹੀਂ ਨਾ ਹੈਗਾ। ਜਿਹੜੀਆਂ ਕੱਲ੍ਹ ਆਪਾਂ ਫਾਈਲ ਸੇਵ ਕੀਤੀਆਂ ਸੀਗੀਆਂ ਉਹ ਹੋਰ ਪੀਸੀ 'ਤੇ ਪਈਆਂ ਨੇ, ਇਹ ਹੋਰ ਪੀਸੀ ਹੈ। ਇਹਦੇ 'ਚ ਮੈਨੂੰ ਨਹੀਂ ਪਤਾ ਇਹ 'ਚ ਕੀ ਲਿਖਿਆ ਹੈ। ਮੈਂ ਟਰਾਈ ਕਰਦਾ ਕਿ ਇਹਦੇ 'ਚ ਕੀ ਹੈ, ਖੋਲ੍ਹਣੀ ਚਾਹੁੰਦਾ ਹਾਂ। ਫਾਈਲ ਮੈਨਿਊ ਦੇ ਵਿੱਚ ਜਾ ਕੇ ਮੈਂ ਓਪਨ ਕਮਾਂਡ ਦੇ ਦੇਵਾਂ, ਫਾਈਲ ਖੋਲ੍ਹਣ ਦੀ ਕਮਾਂਡ ਹੈ ਨਾ, ਅਤੇ ਉਹ ਫਿਰ ਪੁੱਛਦਾ ਕਿ ਫਾਈਲ ਕਿਹੜੀ ਖੋਲ੍ਹਣੀ ਆ। ਦੇਖੋ ਆਹ ਪਈਆਂ ਨੇ, ਆਹ ਫਾਈਲ ਦੇ ਵਿੱਚ ਕੁਛ ਲਿਖਿਆ ਹੋਊਗਾ, ਕੀ ਲਿਖਿਆ ਹੈ ਮੈਨੂੰ ਪਤਾ ਨਹੀਂ। ਮੈਂ ਟਰਾਈ ਕਰਦਾ ਕਿ ਇਹ 'ਚ ਕੀ ਹੈ। ਇਹਨੂੰ ਮੈਂ ਮਾਈ ਇੰਟਰੋਡਕਸ਼ਨ 'ਤੇ ਕਲਿੱਕ ਕੀਤਾ, ਇਸ ਫਾਈਲ ਦੇ ਵਿੱਚ ਆਹ ਲਿਖਿਆ ਆ ਗਿਆ, ਮਾਈ ਨੇਮ ਇਜ਼ ਮਨੀਸ਼ ਸ਼ਰਮਾ, ਆਈ ਰੀਡ ਇਨ 10th ਕਲਾਸ, ਆਈ ਐਮ 16 year old, ਆਈ ਲਿਵ ਇਨ ਸਾਨੇਵਾਲ। ਹਾਂ, ਪਹਿਲਾਂ ਇਹਦੇ 'ਚ ਨਾ ਇਹਨੂੰ ਆਪਾਂ ਕਰਸਰ ਜਾਂ ਇਨਸਰਸ਼ਨ ਪੁਆਇੰਟ ਕਹਿੰਦੇ ਆ ਡੰਡੀ। ਜੇ ਮੈਂ ਇੱਥੇ ਕਲਿੱਕ ਕੀਤਾ ਤਾਂ ਡੰਡੀ ਸੈਕਿੰਡ ਲਾਈਨ ਦੇ ਐਂਡ 'ਤੇ ਆ ਗਈ, ਜੇ ਮੈਂ ਇਹਨੂੰ ਕਲਿੱਕ ਕਰਾਂ ਥਰਡ ਲਾਈਨ ਦੇ ਐਂਡ 'ਤੇ ਆ ਗਈ। ਇਹਨੂੰ ਆਪਾਂ ਦੋਨੋਂ ਚੀਜ਼ਾਂ ਨੇ, ਕਰਸਰ ਵੀ ਕਹਿ ਦਿੰਦੇ ਆ ਜਾਂ ਇਹਨੂੰ ਆਪਾਂ ਇਨਸਰਸ਼ਨ ਪੁਆਇੰਟ ਵੀ ਕਹਿ ਦਿੰਦੇ ਆ, ਜੋ ਮਰਜ਼ੀ ਕਹਿ ਲਓ। ਜਿੱਥੇ ਇਨਸਰਸ਼ਨ ਪੁਆਇੰਟ ਹੋਵੇ ਜਾਂ ਕਰਸਰ ਹੋਵੇ ਉੱਥੇ ਆਪਣਾ ਅੱਖਰ ਟਾਈਪ ਹੋਊਗਾ। ਮੰਨ ਲਓ ਮੈਂ ਆਹ ਨਾ ਜਿਹੜਾ 16 ਆ ਇਹਨੂੰ 18 ਕਰਨਾ ਆ, ਆਈ ਐਮ 16 year old, ਇੱਥੇ ਮੈਂ ਇਸ 16 ਨੂੰ 18 ਕਰਨਾ ਆ, ਤਾਂ ਮੈਂ ਕਿਵੇਂ ਕਰੂੰਗਾ? ਇਹ ਤੁਹਾਨੂੰ ਕਰਨਾ ਆਉਂਦਾ ਹੋਊਗਾ। ਕਰਸਰ ਨੂੰ ਆਪਾਂ ਉੱਪਰ ਲੈ ਜਾਂਦੇ ਹਾਂ, ਕਰਸਰ ਉੱਪਰ ਲੈ ਕੇ ਜਾਣ ਵਾਸਤੇ ਜਿਹੜੀ ਕੀਬੋਰਡ ਦੇ ਉੱਪਰ ਅਪ ਐਰੋ ਕੀ ਹੈ, ਇਹਦੇ ਨਾਲ ਆਪਾਂ ਉੱਪਰ ਲੈ ਗਏ, ਉੱਪਰ ਹੋਰ ਲੈ ਗਏ, ਚਲੇ ਗਿਆ ਉੱਪਰ। ਹੁਣ ਆਪਾਂ ਉੱਥੇ ਲੈ ਕੇ ਜਾਣਾ ਜਿੱਥੇ 16 ਆ, ਤਾਂ ਫਿਰ ਕਰਸਰ ਨੂੰ ਪਿੱਛੇ ਲੈ ਗਏ, ਲੈਫਟ 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 ਤੋਂ ਫਿਰ ਹੁਣ ਆਹ 16 ਨੂੰ ਕੱਟਣਾ ਆ, 6 ਕੱਟ ਕੇ 8 ਕਰਨਾ ਹੈ। ਕੱਟਣ ਵਾਸਤੇ ਬੈਕ ਸਪੇਸ, ਫਿਰ ਮੈਂ 6 ਕੱਟਿਆ ਗਿਆ, 8 ਦਬਤਾ। ਤੋਂ ਇਹ ਜਿਹੜੀਆਂ ਕੀਜ਼ ਨੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਆ, ਮੈਂ ਉਹ 1 by 1 ਕੀਜ਼ ਦੱਸਣ ਲੱਗਿਆ। ਜੇ ਤੁਸੀਂ ਉਹ ਕੀਜ਼ ਦੀ ਜਾਣਕਾਰੀ ਰੱਖਦੇ ਹੋ ਨਾ, ਤੁਹਾਡੀ ਸਪੀਡ ਵੱਧ ਜਾਂਦੀ ਹੈ। ਪਹਿਲਾਂ ਆਪਾਂ ਇੱਥੇ ਹੈਡਿੰਗ ਪਾਉਂਦੇ ਹਾਂ, ਮੈਂ ਇੱਥੇ ਨੋਟ ਕਰ ਦੇਣਾ ਜੋ ਸਮਝਾਉਣਾ ਤੁਹਾਨੂੰ। ਕਰਸਰ ਮੂਵਮੈਂਟ ਕੀਜ਼, ਕਰਸਰ ਨੂੰ ਮੂਵ ਕਰਨ ਵਾਸਤੇ 4 ਬਟਨ ਨੇ। ਲੈਫਟ ਐਰੋ ਹੈ, ਫਿਰ ਰਾਈਟ ਐਰੋ ਹੈ, ਫਿਰ ਅਪ ਐਰੋ ਹੈ, ਤੇ ਇੱਕ ਡਾਊਨ ਐਰੋ ਹੈ। ਇਹਨਾਂ ਨਾਲ ਕਰਸਰ ਇੱਕ ਲਾਈਨ ਉੱਪਰ ਜਾਂ ਇੱਕ ਲਾਈਨ ਥੱਲੇ, ਮੈਂ ਇਹਨੂੰ ਪੁਆਇੰਟ ਬਾਈ ਪੁਆਇੰਟ ਕਹਿ ਦਵਾਂ ਤਾਂ ਇਹ 4 ਬਟਨ ਤਾਂ ਇਕੱਠੇ ਹੋ ਗਏ ਇੱਕੋ ਜਿਹੇ। ਸਕਰੀਨ ਥੋੜ੍ਹੀ ਵੱਡੀ ਕਰ ਦਿੰਦਾ, ਤੁਹਾਨੂੰ ਦਿਖਣਾ ਆਸਾਨ ਹੋ ਜਾਊਗਾ। ਪੂਰੀ ਹੀ ਮੈਕਸੀਮਾਈਜ਼ ਕਰ ਦਿੰਦਾ। ਇਹ 4 ਬਟਨ ਦਾ ਕੰਮ ਹੋ ਗਿਆ। ਕਰਸਰ ਨੂੰ ਉੱਪਰ ਥੱਲੇ ਖੱਬੇ ਸੱਜੇ ਜਿੱਧਰ ਚਾਹੋ ਤੁਸੀਂ ਲੈ ਜਾ ਸਕਦੇ ਹੋ। ਸੈਕਿੰਡ आप यूज़ कर सकते हो, अगर तुसी कंट्रोल की होल्ड रख के, जिदा मैं करसर उपर इत्थे लै गया, पहला करके दिखो ना, फिर नोट करदा। तुसी चाहे मैनू देख सकते हो, कंट्रोल की आप होल्ड रख ली, कंट्रोल नूं दब के जे मैं करसर राइट साइड ते लै जावां, करसर फिर राइट ते होर लै जावां, फिर होर लै जावां। ਹੁਣ ਕੀ ਹੁੰਦਾ, ਕਰਸਰ ਇੱਕ ਇੱਕ ਵਰਡ ਅੱਗੇ ਜੰਪ ਕਰਦਾ ਨਾ, ਇੱਕ ਇੱਕ ਵਰਡ ਜੰਪ ਕਰਦਾ ਜਿਹੜਾ, ਚਲੋ ਬੰਦ ਨਹੀਂ ਹੋ ਗਿਆ। ਲੈਫਟ ਰਾਈਟ ਇਹ ਐਰੋ ਕੀਜ਼ ਤੋਂ ਬਾਅਦ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਰਿਪੀਟ ਕਰਦਾ ਹੁੰਦਾ ਕਿ ਕੰਟਰੋਲ ਪਕੜ ਕੇ ਅਗਰ ਅਸੀਂ ਲੈਫਟ ਕੀ ਦੱਬਦੇ ਹਾਂ, ਰਾਈਟ ਕੀ ਦੱਬਦੇ ਤਾਂ ਇੱਕ ਇੱਕ ਵਰਡ ਅੱਗੇ ਜਾਂਦਾ ਹੈ। ਹੁਣ ਮੈਂ ਕੰਟਰੋਲ ਦੱਬਿਆ ਹੋਇਆ ਅਤੇ ਰਾਈਟ ਕੀ ਦੱਬੀ ਜਾ ਰਿਹਾ, ਇੱਕ ਸ਼ਬਦ ਨੈਕਸਟ, ਇੱਕ ਸ਼ਬਦ ਨੈਕਸਟ, ਇੱਕ ਸ਼ਬਦ ਨੈਕਸਟ। ਇੱਦਾਂ ਹੀ ਜੇ ਮੈਂ ਕੰਟਰੋਲ ਪਕੜ ਕੇ ਪਿੱਛੇ ਨੂੰ ਜਾਣਾ, ਇੱਕ ਇੱਕ ਸ਼ਬਦ ਪਿੱਛੇ ਨੂੰ ਜਾ ਰਿਹਾ, ਯਾਨੀ ਕੰਟਰੋਲ ਇੱਥੇ ਮੈਂ ਲਿਖ ਦਿੰਦਾ, ਕੰਟਰੋਲ ਪਲੱਸ ਲੈਫਟ ਐਰੋ ਅਤੇ ਇੱਦਾਂ ਹੀ ਕੰਟਰੋਲ ਪਲੱਸ ਰਾਈਟ ਐਰੋ। ਇਹਦਾ ਕੰਮ ਕੀ ਹੈ, ਵਰਡ ਬਾਈ ਵਰਡ ਮੂਵ ਕਰਨਾ।
ਇੱਕ ਇੱਕ ਵਰਡ ਅੱਗੇ ਜਾਂ ਇੱਕ ਇੱਕ ਵਰਡ ਪਿੱਛੇ ਮੂਵ ਕਰਨ ਵਾਸਤੇ ਇਹ ਯੂਜ਼ ਹੁੰਦੀ ਹੈ। ਥਰਡ ਪੇਜ ਅਪ ਤੇ ਇੱਕ ਹੈਗਾ ਪੇਜ ਡਾਊਨ। ਤੁਹਾਡੇ ਕੀਬੋਰਡ ਦੇ ਉੱਪਰ ਨਾ ਬਟਨ ਉੱਤੇ ਲਿਖਿਆ ਹੋਇਆ ਪੇਜ ਅਪ, ਇੱਕ ਇਹਦਾ ਪੇਜ ਡਾਊਨ। ਇਹਦਾ ਕੰਮ ਕੀ ਹੈ, ਜਿਵੇਂ ਹੁਣ ਆਪਾਂ ਤਾਂ ਹਾਲੇ ਆਪਣੀ ਫਾਈਲ ਸਕਰੀਨ ਤੋਂ ਛੋਟੀ ਹੈ, ਸਕਰੀਨ ਵੱਡੀ ਹੈ, ਜਾਂ ਇਹ ਕਹ ਲਓ ਕਿ ਆਪਾਂ ਨੇ ਹਾਲੇ ਇੱਕ ਪੇਜ ਵੀ ਪੂਰਾ ਨਹੀਂ ਕੀਤਾ ਹੋਇਆ। ਜੇ ਆਪਾਂ ਹੋਰ ਲਿਖੀ ਜਾਂਦੇ ਹਾਂ ਇਹ ਉੱਪਰ ਉੱਪਰ ਨੂੰ ਉੱਠ ਜਾਣਾ ਆ। ਜਦੋਂ ਉੱਪਰ ਨੂੰ ਉੱਠ ਗਿਆ ਆਪਾਂ ਥੱਲੇ ਆਉਣਾ ਹੋਵੇ ਜਾਂ ਥੱਲੇ ਉੱਪਰ ਜਾਣਾ ਹੋਵੇ ਤਾਂ ਉਦੋਂ ਆਪਾਂ ਯੂਜ਼ ਕਰਦੇ ਹਾਂ ਪੇਜ ਡਾਊਨ ਪੇਜ ਅਪ। ਇਹਦਾ ਮਤਲਬ ਹੈ ਨੈਕਸਟ ਸਕਰੀਨ 'ਤੇ ਜਾਣ ਲਈ। ਪੇਜ ਡਾਊਨ ਦਾ ਮਤਲਬ ਹੈ ਨੈਕਸਟ ਸਕਰੀਨ, ਜਿੰਨਾ ਹੁਣ ਦਿਖ ਰਿਹਾ ਉਸ ਤੋਂ ਅਗਲੀ ਸਕਰੀਨ 'ਤੇ ਜਾਣ ਲਈ। ਜੇ ਆਪਾਂ ਨੀਚੇ ਹਾਂ ਉੱਪਰ ਜਾਣਾ ਹੋਵੇ ਤਾਂ ਫਿਰ ਪੇਜ ਅਪ ਦਾ ਮਤਲਬ ਹੈ ਪ੍ਰੀਵੀਅਸ ਜਾਂ ਉੱਪਰਲੀ ਸਕਰੀਨ 'ਤੇ ਜਾਣ ਲਈ। ਇਹਨਾਂ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਇੱਕ ਬਹੁਤ ਇੰਪੋਰਟੈਂਟ ਹੈ ਹੋਮ ਅਤੇ ਇੱਕ ਹੈਗੀ ਆ ਐਂਡ। ਇਹ ਦੋ ਕੀਜ਼ ਨੇ। ਤੁਸੀਂ ਕੀਬੋਰਡ ਦੇ ਉੱਪਰ ਦੇਖੋ, ਤੁਹਾਡੇ ਕੀਬੋਰਡ ਦੇ ਉੱਪਰ ਇੱਕ ਬਟਨ ਉੱਤੇ ਲਿਖਿਆ ਹੈ ਹੋਮ, ਇੱਕ 'ਤੇ ਲਿਖਿਆ ਹੈ ਐਂਡ। ਇਹ ਜਿਹੜਾ ਹੋਮ ਕੀ ਹੈ ਇਹ ਪ੍ਰੈਸ ਕਰਦੇ ਹਾਂ ਤਾਂ ਕਰਸਰ ਜਿੱਥੇ ਵੀ ਹੈ ਆਪਣੀ ਲਾਈਨ ਦੇ ਬਿਲਕੁਲ ਬਿਗਨਿੰਗ 'ਤੇ ਆ ਜਾਊਗਾ। ਦੇਖੋ ਮੈਂ ਦੱਬਣ ਲੱਗਿਆ, ਕਰਸਰ ਇਸ ਵੇਲੇ ਲਾਈਨ 'ਤੇ ਐਂਡ 'ਤੇ ਆ ਨਾ। ਜਦੋਂ ਮੈਂ ਦੱਬੂੰਗਾ ਤਾਂ ਕਰਸਰ ਇੱਕਦਮ ਮੂਵ ਹੋ ਗਿਆ, ਸਟਾਰਟਿੰਗ 'ਤੇ ਚਲਾ ਗਿਆ। ਇਸ ਤਰ੍ਹਾਂ ਹੀ ਐਂਡ ਕੀ ਦਾ ਕੰਮ ਕੀ ਹੈ, ਜਦੋਂ ਐਂਡ ਦੱਬਾਂਗੇ ਤਾਂ ਕਰਸਰ ਜਿਹੜੀ ਵੀ ਲਾਈਨ 'ਤੇ ਹੈ, ਮੰਨ ਲਓ ਮੈਂ ਕਰਸਰ ਉੱਪਰ ਲੈ ਗਿਆ ਕਿਸੇ ਵੀ, ਸਪੋਜ਼ ਆ 1 ਨੰਬਰ ਵਾਲੀ ਲਾਈਨ 'ਤੇ ਚਲਾ ਗਿਆ। ਹੁਣ ਜਦੋਂ ਮੈਂ ਐਂਡ ਦੱਬੂੰਗਾ ਤਾਂ ਉਹ ਆਪਣੀ ਲਾਈਨ ਦੇ ਬਿਲਕੁਲ ਐਂਡ 'ਤੇ ਚਲਾ ਜਾਊਗਾ। ਇੱਕੋ ਹੀ ਬਟਨ ਦੱਬ ਕੇ ਐਂਡ 'ਤੇ ਜਾਣਾ ਹੋਵੇ, ਇੱਕੋ ਹੀ ਬਟਨ ਦੱਬ ਕੇ ਹੋਮ ਬਿਗਨਿੰਗ 'ਤੇ ਆਉਣਾ ਹੋਵੇ ਤਾਂ ਕਈ ਲੋਕ ਮੈਂ ਦੇਖਦਾ ਸਿਖਾ ਦਿੰਦੇ ਉਸ ਤੋਂ ਬਾਅਦ ਵੀ ਐਰੋ ਕੀ ਨਾਲ ਹੀ ਮੂਵ ਕਰੀ ਜਾਂਦੇ ਨੇ। ਤਾਂ ਵਾਈ ਆਰ ਟੇਕਿੰਗ ਇਨ ਅ ਟਾਈਮ? ਤੁਸੀਂ ਕਿਉਂ ਨਹੀਂ ਐਂਡ ਦੱਬਦੇ ਹੈਗੇ? ਕਿਉਂ ਨਹੀਂ ਹੋਮ ਨਾਲ ਇੱਕਦਮ ਲਾਈਨ ਦੇ ਬਿਗਨਿੰਗ 'ਤੇ ਜਾਂਦੇ ਜੇ ਤੁਸੀਂ ਲਾਈਨ ਦੇ ਸ਼ੁਰੂ 'ਤੇ ਜਾਣਾ ਹੋਵੇ? ਜੇ ਤੁਸੀਂ ਵਿਚਕਾਰ ਕਿਸੇ ਦੂਜੇ ਅਗਲੇ ਸ਼ਬਦ 'ਤੇ ਜਾਣਾ ਤਾਂ ਐਰੋ ਕੀ ਨਾਲ ਦੱਬੋ, ਕੰਟਰੋਲ ਐਰੋ ਕੀ ਦੱਬੀ ਚਲੋ। ਤਾਂ 1 ਬਾਈ 1 ਮਤਲਬ ਫਾਸਟ ਮੂਵਮੈਂਟ ਕੋਸ਼ਿਸ਼ ਕਰੋ ਕਿ ਜਿਹੜਾ ਤੁਸੀਂ ਕੰਮ ਜਲਦੀ ਕਰ ਸਕਦੇ ਹੋ ਤਾਂ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਕਰੋ। ਇਹ ਮੈਂ ਤੁਹਾਨੂੰ ਬਾਅਦ 'ਚ ਕਰਾਂ, ਕਿਉਂਕਿ ਹਾਂ ਐਂ ਕਰ ਲੈਂਦੇ ਹਾਂ, ਇਹਦੀ ਸਕਰੀਨ ਪਹਿਲਾਂ ਛੋਟੀ ਕਰ ਲੈਂਦੇ ਹਾਂ ਫਿਰ ਇਹ ਯੂਜ਼ ਹੋਊਗਾ। ਜਿਵੇਂ ਹੁਣ ਆਪਣੀ ਸਕਰੀਨ ਜਾਂ ਵਿੰਡੋ ਛੋਟੀ ਹੋ ਗਈ, ਇਹ 'ਚ ਟੈਕਸਟ ਵੱਡਾ ਆ ਗਿਆ। ਹੁਣ ਜਿਹੜਾ ਉੱਪਰ ਆਪਾਂ ਇਸ ਵੇਲੇ ਟੌਪ 'ਤੇ ਹਾਂ, ਇਹਦੇ ਨੀਚੇ ਕੀ ਹੈ ਦੇਖਣਾ ਹੋਵੇ ਤਾਂ ਪੇਜ ਡਾਊਨ ਪ੍ਰੈਸ ਕਰ ਦਿਓ। ਪੇਜ ਡਾਊਨ ਦੱਬਣ ਨਾਲ ਨੀਚਲਾ ਦਿਖ ਗਿਆ, ਫਿਰ ਪੇਜ ਨੂੰ ਦੱਬਾਂਗੇ ਇਸ ਤੋਂ ਨੀਚੇ ਵੀ ਹੈ ਉਹ ਦਿਖ ਜਾਊਗਾ। ਫਿਰ ਪੇਜ ਨੂੰ ਦੱਬਾਂਗੇ ਇਸ ਤੋਂ ਨੀਚੇ ਕੁਛ ਹੈ ਹੀ ਨਹੀਂਗਾ, ਇਸ ਲਈ ਕੰਮ ਨਹੀਂ ਕਰਦਾ। ਪੇਜ ਅਪ ਦੱਬਾਂਗੇ ਤਾਂ ਉੱਪਰ 1 ਬਾਈ 1 ਉੱਪਰ ਜਾਣ ਲਈ, 1 ਬਾਈ 1 ਨੀਚੇ, ਇੱਕ ਇੱਕ ਸਕਰੀਨ ਅਪ ਡਾਊਨ ਕਰਨ ਵਾਸਤੇ ਆ। ਇੱਦਾਂ ਐਰੋ ਕੀ ਨਾਲ ਵੀ ਥੱਲੇ ਚੱਲ ਜਾਊਗਾ, ਆਪਾਂ ਥੱਲੇ ਉੱਪਰ ਜਾ ਰਹੇ ਹਾਂ, ਪਰ ਇਹ ਇੱਕ ਇੱਕ ਲਾਈਨ ਮੂਵ ਹੁੰਦੀ ਹੈ ਅਤੇ ਪੇਜ ਡਾਊਨ ਜਾਂ ਪੇਜ ਅਪ ਦੇ ਨਾਲ ਇੱਕ ਇੱਕ ਸਕਰੀਨ ਅਪ ਡਾਊਨ ਮੂਵ ਹੁੰਦੀ ਹੈ, ਸਕਰੋਲ ਹੁੰਦੀ ਹੈ। ਇਹਨੂੰ ਆਪਾਂ ਸਕਰੋਲ ਕਹਿ ਸਕਦੇ ਹਾਂ। ਇਹਦਾ ਆਲਟਰਨੇਟ ਵੀ ਹੈਗਾ। ਦੇਖੋ ਮੈਂ ਪਹਿਲਾਂ ਦੱਸੀ ਨਹੀਂ ਗੱਲ, ਹੁਣ ਦੱਸਣਾ। ਜਿਵੇਂ ਆਹ ਵਿੰਡੋ ਹੈ, ਇਸ ਵਿੰਡੋ ਦੇ ਵਿੱਚ ਟੈਕਸਟ ਵੱਡਾ ਹੈ, ਵਿੰਡੋ ਛੋਟੀ ਹੈ, ਅੰਦਰਲਾ ਜਿਹੜਾ ਕੰਟੈਂਟ ਆ ਉਹ ਜ਼ਿਆਦਾ ਵੱਡੇ ਹੈ। ਤਾਂ ਆਹ ਇੱਕ ਰਾਈਟ ਇਹਦੀ ਜਿਹੜੀ ਹੈਗੀ ਆ ਵਰਟੀਕਲ, ਇਹਨੂੰ ਆਪਾਂ ਕਹਿ ਦਈਏ ਵਰਟੀਕਲ ਸਕਰੋਲ ਬਾਰ। ਸਕਰੋਲ ਬਾਰ ਦੇ ਵਿੱਚ ਆਹ ਬਟਨ ਜਿਹਾ ਨਾ, ਮਾਊਸ ਨੂੰ ਬਟਨ 'ਤੇ ਰੱਖ ਕੇ ਆਪਾਂ ਮਾਊਸ ਨੂੰ ਐ ਉੱਪਰ ਨੂੰ ਮੂਵ ਕਰਦੇ ਹਾਂ ਤਾਂ ਬਟਨ ਉੱਪਰ ਨੂੰ ਚਲੇ ਜਾਊਗਾ। ਜਿਵੇਂ ਬਟਨ ਉੱਪਰ ਜਾਊਗਾ ਤਿਵੇਂ ਨਾਲ ਤੁਸੀਂ ਨੋਟਿਸ ਕਰੋ ਕਿ ਆਪਣੇ ਟੈਕਸਟ ਵੀ ਅੰਦਰੋਂ ਉੱਪਰ ਨੂੰ ਜਾ ਰਿਹਾ, ਉੱਪਰ ਨੂੰ ਆਪਾਂ ਸਕਰੀਨ ਲੈ ਰਹੇ ਹਾਂ। ਤੋ ਇਹ ਜਿਹੜੀ ਸਕਰੋਲ, ਇਹਨੂੰ ਆਪਾਂ ਬਟਨ ਨੂੰ ਕਹਿੰਦੇ ਹਾਂ ਸਕਰੋਲ ਬਟਨ। ਇਹਨੂੰ ਆਪਾਂ ਹੇਠਾਂ ਨੂੰ ਮੂਵ ਕਰਾਂਗੇ, ਇੱਦਾਂ ਥੱਲੇ ਆਪਾਂ ਆ ਗਏ। ਜੇ ਆਪਾਂ ਬਿਲਕੁਲ ਐਂਡ 'ਤੇ ਫਟਾਫਟ ਲੈ ਜਾਈਏ ਤਾਂ ਆਪਾਂ ਐਂਡ 'ਤੇ ਆ ਗਏ, ਆ ਉੱਪਰ ਚਲੇ ਗਏ, ਥੱਲੇ ਆ ਗਏ। ਦਿਸ ਇਜ਼ ਵੇ ਆਪਾਂ ਇਸ ਸਕਰੋਲ ਬਟਨ ਨੂੰ ਯੂਜ਼ ਕਰਕੇ ਇਸ ਵਿੰਡੋ ਦੇ ਕੰਟੈਂਟ ਨੂੰ ਸਕਰੋਲ ਕਰ ਸਕਦੇ ਹਾਂ। ਨਾਟ ਓਨਲੀ ਦਿਸ, ਜਿੰਨੀਆਂ ਵੀ ਵਿੰਡੋਜ਼ ਤੁਹਾਨੂੰ ਵਿੰਡੋ 'ਚ ਦਿਖਣਗੀਆਂ, ਭਾਵੇਂ ਉਹ ਯੂਨਿਕਸ ਹੈ, ਭਾਵੇਂ ਵਿੰਡੋਜ਼ ਹੈ, ਭਾਵੇਂ ਐਪਲ ਦੀ ਕੋਈ, ਹਰ ਇੱਕ ਦੇ ਵਿੱਚ ਇੱਦਾਂ ਹੀ ਸਿਸਟਮ ਹੈ। ਜੇ ਤੁਸੀਂ ਵਿੰਡੋ ਦੇ ਵਿਚਲੇ ਕੰਟੈਂਟ ਨੂੰ ਅਪ ਡਾਊਨ ਮੂਵ ਕਰਨਾ ਆ ਤਾਂ ਤੁਹਾਨੂੰ ਇਹ ਦਿਖੂਗੀ ਬਟਨ। ਇਸ ਬਟਨ ਦਾ ਕੰਮ ਇਹੀ ਹੈ ਕਿ ਤੁਸੀਂ ਇਹਨੂੰ ਮੂਵ ਕਰ ਸਕਦੇ ਹੋ। ਇਹਦੇ ਉੱਪਰ ਵੀ ਇੱਕ ਐਰੋ ਬਣਿਆ ਹੈ ਨਾ, ਇਹਨੂੰ ਜੇ ਦੱਬੋਗੇ ਤਾਂ ਉੱਪਰ ਆਪਾਂ ਚਲ ਜਾਵਾਂਗੇ, ਅਤੇ ਜੇ ਇੱਕ ਇੱਥੇ ਐਰੋ ਬਣਿਆ ਤਾਂ ਡਾਊਨ ਚਲ ਜਾਵਾਂਗੇ। ਇਹ ਜਿਹੜਾ ਐਰੋ ਹੈ ਇਹਦੇ ਨਾਲ ਕੀ ਹੁੰਦਾ, ਇੱਕ ਇੱਕ ਲਾਈਨ ਉੱਪਰ ਥੱਲੇ ਜਾਂਦਾ ਆ। ਜਿਵੇਂ ਥੱਲੇ ਵਾਲਾ ਤਾਂ ਇੱਕ ਲਾਈਨ ਥੱਲੇ, ਆ ਉੱਪਰ ਵਾਲਾ ਦੱਬਾਂਗੇ ਤਾਂ ਇੱਕ ਲਾਈਨ ਉੱਪਰ, 1 ਬਾਈ 1। ਅਤੇ ਇਹਦੇ ਨਾਲ ਆਪਾਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਸਪੀਡ ਨਾਲ ਓਪਨ ਕਰ ਸਕਦੇ ਹਾਂ। ਅਤੇ ਇੱਕ ਆਹ ਹੈਗਾ, ਜੇ ਮੈਂ ਆਹ ਐਰੋ ਅਤੇ ਆਹ ਬਟਨ ਦੇ ਇਨ ਬਿਟਵੀਨ ਖਾਲੀ ਸਪੇਸ ਦੇ ਵਿੱਚ ਕਲਿੱਕ ਕਰੂੰਗਾ ਤਾਂ ਇਹ ਪੇਜ ਅਪ ਵਾਲਾ ਕੰਮ ਕਰੂਗਾ, ਇੱਕ ਸਕਰੀਨ ਉੱਪਰ ਚਲੇ ਜਾਊਗਾ। ਇੱਦਾਂ ਹੀ ਮੈਂ ਥੱਲੇ ਨੂੰ ਲੈ ਕੇ ਆਉਣਾ, ਇਹਨੂੰ ਕਲਿੱਕ ਕਰੂੰਗਾ ਤਾਂ ਇੱਕ ਸਕਰੀਨ ਨੀਚੇ ਆ ਗਿਆ, ਫਿਰ ਦੱਬਾਂਗੇ ਇੱਕ ਸਕਰੀਨ ਹੋਰ ਨੀਚੇ ਆ ਗਿਆ। ਮੈਨੂੰ ਲੱਗਦਾ ਕਿ ਮੈਂ ਸਮਝਾ ਸਕਿਆ, ਠੀਕ ਹੈ ਨਾ। ਤਾਂ ਹੁਣ ਆਪਾਂ ਅੱਗੇ ਹੋਰ ਚੱਲਦੀ ਹੈ। ਹਾਂ, ਇਹਦੇ 'ਚ ਮੈਂ ਹੁਣ ਇੱਥੇ ਐਂ ਵੀ ਕੀਤਾ ਆ,
ਮਾਊਸ ਦੇ ਵਿੱਚ ਆ ਜਿਹੜਾ ਸਕਰੋਲ, ਇਹਨੂੰ ਨਾ ਜਿਹੜਾ ਵਿਚਕਾਰ ਰਾਊਂਡ ਬਟਨ ਹੈ ਜਿਹਨੂੰ ਆਪਾਂ ਉਂਗਲੀ ਨਾਲ ਅਪ ਡਾਊਨ ਕਰ ਸਕਦੇ ਹਾਂ, ਇਹਦਾ ਕੰਮ ਵੀ ਸਕਰੋਲ ਕਰਨਾ ਹੀ ਹੈ। ਆਪਾਂ ਇਹਦੇ ਨਾਲ ਵੀ ਐ ਉੱਪਰ ਨੂੰ ਮੂਵ ਕੀਤਾ, ਐ ਥੱਲੇ। ਹੁਣ ਮੈਂ ਮਾਊਸ ਦੇ ਸਕਰੋਲ ਬਟਨ ਨੂੰ ਮੂਵ ਕਰ ਰਿਹਾ, ਜਿਹਦੇ ਨਾਲ ਇਹ ਵਿੰਡੋ ਹੇਠਾਂ ਨੂੰ ਆ ਰਹੀ ਹੈ, ਇਹ ਮੈਂ ਉੱਪਰ ਨੂੰ ਮੂਵ ਕਰ ਰਿਹਾ, ਉੱਪਰ ਨੂੰ ਚਲੇਗੀ। ਇਹ ਵੀ ਵੇ ਹੈ, ਜਿਵੇਂ ਤੁਹਾਨੂੰ ਈਜ਼ੀ ਲੱਗੇ ਤੁਸੀਂ ਉਵੇਂ ਕਰ ਸਕਦੇ ਹੋ, ਜਿੱਦਾਂ ਫਾਸਟ ਕਰ ਸਕੋ ਉਨਾ ਚੰਗਾ ਆ। ਸਕਰੋਲ ਕਰਨ ਵਾਸਤੇ ਮਾਊਸ ਵੀ ਯੂਜ਼ ਹੁੰਦੀ ਹੈ, ਕੀਬੋਰਡ ਵੀ। ਕੀਬੋਰਡ ਯੂਜ਼ ਕਰਨ ਵਾਸਤੇ ਮੈਂ ਕੀਜ਼ ਦੱਸੀਆਂ ਨੇ, ਨਾਲ ਹੀ ਸਕਰੋਲ ਕਰਨ ਵਾਸਤੇ ਮਾਊਸ ਦਾ ਵੀ ਵਰਤੋਂ ਕਿਵੇਂ ਕਰਨੀ ਹੈ ਆਪਾਂ ਗੱਲ ਕਰ ਲਈ ਹੈ। ਇੱਕ ਹੋਰ ਹੈ ਕੰਟਰੋਲ ਪਲੱਸ ਹੋਮ। ਮੈਂ ਜਦੋਂ ਐ ਲਿਖਿਆ ਨਾ ਕੰਟਰੋਲ ਪਲੱਸ ਹੋਮ, ਇਹਦਾ ਮਤਲਬ ਹੈ ਕੰਟਰੋਲ ਨੂੰ ਪਹਿਲਾਂ ਪ੍ਰੈਸ ਕਰਕੇ ਫਿਰ ਹੋਮ ਦੱਬੋ, ਫਿਰ ਬਾਅਦ ਛੱਡ ਦਿਓ। ਅਤੇ ਕੰਟਰੋਲ ਹੋਮ ਦਾ ਕੰਮ ਹੈ ਜਿਹੜੀ ਆਪਾਂ ਫਾਈਲ 'ਚ ਬੈਠੇ ਹਾਂ ਉਸ ਫਾਈਲ ਦੇ ਜਾਂ ਉਸ ਵਿੰਡੋ ਦੇ ਬਿਲਕੁਲ ਬਿਗਨਿੰਗ 'ਤੇ ਚਲੇ ਜਾਊਗਾ, ਐਟ ਦੀ ਟੋਪ ਆਫ ਦੀ ਵਿੰਡੋ। ਕੰਟਰੋਲ ਹੋਮ ਮੈਂ ਤੁਹਾਨੂੰ ਦੱਬ ਕੇ ਦਿਖਾਉਣਾ। ਆਪਾਂ ਕੰਟਰੋਲ ਹੋਮ ਦੱਬਿਆ ਐਂਡ ਬਿਲਕੁਲ ਬਿਗਨਿੰਗ 'ਤੇ ਚਲੇ ਗਏ, ਫਸਟ ਲਾਈਨ ਫਸਟ ਕਰੈਕਟਰ 'ਤੇ ਪਹੁੰਚ ਗਏ। ਇੱਦਾਂ ਹੀ ਜੇ ਮੈਂ ਕੰਟਰੋਲ ਪਕੜ ਕੇ ਐਂਡ ਦੱਬੂਗਾ, ਇਕੱਲਾ ਐਂਡ ਕੀ ਕਰ ਰਿਹਾ, ਜਿਸ ਲਾਈਨ 'ਤੇ ਹਾਂ ਉਸ ਲਾਈਨ ਦੇ ਐਂਡ 'ਤੇ ਚਲ ਜਾਊਗਾ। ਜੇ ਮੈਂ ਕੰਟਰੋਲ ਐਂਡ ਦੱਬੂਗਾ ਤਾਂ ਮੈਂ ਆਪਣੀ ਜਿਹੜੀ ਇਹ ਡਾਕੂਮੈਂਟ ਜਾਂ ਫਾਈਲ ਜਾਂ ਟੈਕਸਟ ਫਾਈਲ ਜੋ ਵੀ ਇਹ ਕੰਟੈਂਟ ਹਨ ਇਹਦੇ ਵਿੱਚ ਬਿਲਕੁਲ ਐਂਡ 'ਤੇ ਚਲੇ ਜਾਊਗਾ ਮੈਂ। ਹੁਣ ਦੇਖੋ ਮੈਂ ਕੰਟਰੋਲ ਪਕੜ ਕੇ ਐਂਡ ਕੀ ਪ੍ਰੈਸ ਕਰਨ ਲੱਗਿਆ, ਕੀਤੀ ਤਾਂ ਐਂਡ 'ਤੇ ਆ ਗਿਆ। ਤੋ ਕੰਟਰੋਲ ਹੋਮ ਦਾ ਕੰਮ ਹੋ ਗਿਆ ਮੂਵ। ਆਪਾਂ ਕਰ ਕੀ ਰਹੇ ਹਾਂ, ਕਰਸਰ ਦੀਆਂ ਮੂਵਮੈਂਟ ਕੀਜ਼। ਇਹਨੂੰ ਮੈਂ ਫਿਰ ਸਕਰੀਨ ਨੂੰ ਵੱਡਾ ਕਰ ਲੈਣਾ। ਆਪਾਂ ਕਰ ਰਹੇ ਹਾਂ ਕਰਸਰ ਮੂਵਮੈਂਟ ਕੀਜ਼, ਇਹਨੂੰ ਮੈਂ ਅੰਡਰਲਾਈਨ ਵੀ ਕਰ ਦੇਣਾ। ਕਰਸਰ ਨੂੰ ਮੂਵ ਕਰਨ ਵਾਸਤੇ ਕੀਜ਼। ਕੰਟਰੋਲ ਹੋਮ ਦਾ ਕੰਮ ਹੈ ਟੂ ਬਿਗਿਨ ਆਫ ਫਾਈਲ ਜਾਂ ਵਿੰਡੋ ਜਾਂ ਕਹਿ ਲਓ ਡਾਕੂਮੈਂਟ, ਜਿੱਥੇ ਵੀ ਆਪਾਂ ਬੈਠੇ ਹਾਂ ਉਹਦੇ ਅੰਦਰ ਜਿਹੜੇ ਕੰਟੈਂਟਸ ਨੇ ਉਹਦੇ ਬਿਲਕੁਲ ਬਿਗਨਿੰਗ 'ਤੇ ਜਾਣ ਲਈ। ਜਨਰਲੀ ਇਹ ਸਾਰੀਆਂ ਕੀਜ਼ ਹਰ ਐਪਲੀਕੇਸ਼ਨ 'ਚ ਇੱਦਾਂ ਹੀ ਯੂਜ਼ ਹੁੰਦੀਆਂ ਨੇ, ਐਕਸੈਪਸ਼ਨਲੀ ਕਿਤੇ ਫਰਕ ਹੋ ਸਕਦਾ ਆ, ਬਟ ਮੋਸਟਲੀ ਇੱਦਾਂ ਹੀ ਹੁੰਦੀਆਂ ਨੇ। ਫਿਰ ਅੱਗੇ ਮੈਂ ਨੈਕਸਟ ਪੁਆਇੰਟ ਦੱਸਦਾ, ਕੰਟਰੋਲ ਪਲੱਸ ਐਂਡ। ਕੰਟਰੋਲ ਪਕੜ ਕੇ ਐਂਡ, ਇਹ ਐਂਡ ਈ ਐਂਡ ਹੀ ਨਹੀਂ ਲਿਖਣਾ, ਐਂਡ ਕੀਬੋਰਡ 'ਤੇ ਬਟਨ ਹੈ, ਐਂਡ ਕੀ ਪ੍ਰੈਸ ਕਰਨੀ ਹੈ। ਤਾਂ ਇਹਦੇ ਨਾਲ ਕੀ ਹੁੰਦਾ, ਟੂ ਐਂਡ ਆਫ ਫਾਈਲ, ਆਪਣੀ ਜਿਹੜੀ ਫਾਈਲ ਹੈ ਉਹਦੇ ਬਿਲਕੁਲ ਐਂਡ 'ਤੇ ਕਰਸਰ ਲਿਜਾਣ ਵਾਸਤੇ ਇਹ ਕੀ ਦਾ ਇਸਤੇਮਾਲ ਕਰ ਸਕਦੇ ਹਾਂ। ਨੈਕਸਟ ਮੈਂ ਦੱਸਦਾ ਹੈ ਡਿਲੀਟ ਕਰਨ ਵਾਸਤੇ। ਡਿਲੀਟ ਕਰਨ ਲਈ ਡਿਲੀਟ ਕੀਜ਼, ਡਿਲੀਟ ਕਰਨ ਵਾਸਤੇ ਕੀ ਤਰੀਕਾ ਸਿੰਪਲ ਹੈ, ਦੋ ਹੀ ਨੇ। ਇੱਕ ਹੈਗਾ ਬੈਕ ਸਪੇਸ। ਤੁਹਾਡੇ ਕੀਬੋਰਡ ਦੇ ਉੱਤੇ ਬੈਕ ਸਪੇਸ ਆ ਐਂਟਰ ਦੇ ਉੱਪਰਲੇ ਪਾਸੇ ਇੱਕ ਬਟਨ ਹੈ, ਇਹਨੂੰ ਆਪਾਂ ਕਹਿੰਦੇ ਹਾਂ ਬੈਕ ਸਪੇਸ। ਇਹਦਾ ਕੰਮ ਤੁਹਾਨੂੰ ਪਤਾ ਹੀ ਹੈ ਨਾ, ਇਹਦੇ ਨਾਲ ਹੁੰਦਾ ਹੈ ਸਪੈਸ਼ਲੀ ਮੈਂ ਦੱਸਾਂ ਤਾਂ ਜਿੱਥੇ ਕਰਸਰ ਹੈ ਉਸ ਤੋਂ ਬੈਕ ਵਾਲਾ ਕਰੈਕਟਰ ਮਿਟ ਜਾਊਗਾ। ਜਿੱਦਾਂ ਆਪਾਂ ਉੱਪਰ ਪਹਿਲਾਂ 6 ਡਿਲੀਟ ਕੀਤਾ ਸੀਗਾ, ਸਪੋਜ਼ ਕਰੋ ਇੱਥੇ ਹੁਣ ਮੈਂ ਆ ਇੱਕ ਵਾਰੀ ਮੈਂ ਬੈਕ ਸਪੇਸ ਦਬੂੰਗਾ ਤਾਂ ਕੀ ਮਿਟੂਗਾ, ਇੱਕ ਡੰਡੀ ਮਿਟ ਜਾਣੀ ਹੈ, ਇੱਕ ਡੈਸ਼ ਮਿਟ ਜਾਣੀ ਹੈ। ਫਿਰ ਦਬੂੰਗਾ, ਫਿਰ ਡੈਸ਼ ਮਿਟ ਗਈ, ਫਿਰ ਡੈਸ਼ ਮਿਟ ਗਈ। ਇੱਦਾਂ ਹੀ ਸਪੋਜ਼ ਕਰੋ ਇੱਥੇ ਕਰਸਰ ਹੈ, ਹੁਣ ਮੈਂ ਬੈਕ ਸਪੇਸ ਦਬੂੰਗਾ ਤਾਂ ਕੀ ਮਿਟੂਗਾ, ਯੈਸ ਕੀ ਮਿਟ ਜੂਗੀ। ਕਲੀਅਰ ਹੈ। ਬੈਕ ਸਪੇਸ ਦਾ ਕੰਮ ਲਿਖਣ ਦੀ ਲੋੜ ਹੀ ਨਹੀਂ ਹੈ, ਇੱਕ ਅੱਖਰ ਮਿਟਾਉਣ ਲਈ ਬੈਕ ਵਾਲਾ। ਇੱਦਾਂ ਹੀ ਇੱਕ ਡਿਲੀਟ ਕੀ ਵੀ ਹੈਗੀ ਹੈ ਤੁਹਾਡੇ ਕੀਬੋਰਡ ਦੇ ਉੱਤੇ। ਮੈਂ ਇਹ ਜਾਣਨਾ ਚਾਹੁੰਦਾ ਜਾਂ ਦੱਸਣਾ ਚਾਹੁੰਦਾ ਜਾਂ ਕਨਫਰਮ ਕਰਨਾ ਚਾਹੁੰਦਾ, ਤੁਹਾਨੂੰ ਪਤਾ ਹੈ ਨਾ, ਜਿਵੇਂ ਮੈਂ ਮੰਨ ਲਓ ਕਿ ਕਰਸਰ ਵਿਚਕਾਰ ਕਿਤੇ ਹੈ, ਮੰਨ ਲਓ ਇੱਥੇ ਹੈ। ਹੁਣ ਤੁਸੀਂ ਜਾਣਦੇ ਹੋ ਜੇ ਮੈਂ ਬੈਕ ਸਪੇਸ ਦਬੂੰਗਾ ਤਾਂ ਕੀ ਮਿਟੂਗਾ, ਐਲ ਮਿਟੂਗਾ, ਕਿਉਂਕਿ ਕਰਸਰ ਦੇ ਬੈਕ 'ਤੇ ਐਲ ਹੈ। ਅਤੇ ਜੇ ਮੈਂ ਡਿਲੀਟ ਕੀਬੋਰਡ ਤੋਂ ਦਬੂੰਗਾ ਤਾਂ ਫਿਰ ਕੀ ਮਿਟੂਗਾ, ਜਿੱਥੇ ਕਰਸਰ ਹੈ ਉਸ ਤੋਂ ਰਾਈਟ ਸਾਈਡ ਵਾਲਾ ਕਰੈਕਟਰ, ਮਤਲਬ ਉਸ ਤੋਂ ਨੈਕਸਟ ਵਾਲਾ ਅੱਖਰ, ਉਸ ਤੋਂ ਨੈਕਸਟ ਪਲੱਸ ਦਾ ਨਿਸ਼ਾਨ ਹੈ। ਹੁਣ ਇਸ ਵੇਲੇ ਜੇ ਮੈਂ ਡਿਲੀਟ ਕੀ ਪ੍ਰੈਸ ਕਰੂੰਗਾ ਤਾਂ ਪਲੱਸ ਦਾ ਨਿਸ਼ਾਨ ਡਿਲੀਟ ਹੋ ਜਾਊਗਾ। ਕਰਕੇ ਦਿਖਾਂ ਡਿਲੀਟ, ਆ ਦੱਬਿਆ ਪਲੱਸ। ਅਤੇ ਜਦੋਂ ਚਲੋ ਜੇ ਆਪਾਂ ਵਿਚਕਾਰ ਮੰਨ ਲਓ ਕੁਛ ਲਿਖਣ ਤੋਂ ਰਹਿ ਗਿਆ ਸੀ, ਜਿਵੇਂ ਕੰਟਰੋਲ ਐਂਡ ਦੇ ਵਿਚਕਾਰ ਪਲੱਸ ਲਿਖਣ ਤੋਂ ਰਹਿ ਗਿਆ, ਆਪਾਂ ਲਿਖਣਾ ਹੋਵੇ ਨੋ ਪ੍ਰੋਬਲਮ, ਆਪਾਂ ਕਿਤੇ ਵੀ ਕਰਸਰ ਨੂੰ ਵਿਚਕਾਰ ਲਿਜਾ ਕੇ ਕੋਈ ਨਵਾਂ ਅੱਖਰ ਟਾਈਪ ਕਰਾਂਗੇ, ਆਪਣੇ ਆਪ ਹੀ ਉਹ ਅੱਖਰ ਨੇ ਵਿੱਚ ਇਨਸਰਟ ਹੋ ਜਾਣਾ ਆ, ਉਹਨੇ ਉਹ ਜਗ੍ਹਾ ਲੈ ਲੈਣੀ ਹੈ, ਬਾਕੀ ਦੇ ਅੱਖਰ ਆਪੇ ਹੀ ਪਿੱਛੇ ਨੂੰ ਮੂਵ ਕਰ ਜਾਣਗੇ। ਜਿੱਦਾਂ ਇੱਥੇ ਮੈਂ ਫਿਰ ਪਲੱਸ ਦਬੂੰਗਾ, ਇੱਕ ਪਲੱਸ ਹੋਰ ਆ ਜਾਊਗਾ ਐਂਡ ਬਾਕੀ ਦੇ ਅੱਖਰ ਸਾਰੇ ਪਿੱਛੇ ਨੂੰ ਮੂਵ ਕਰ ਜਾਣਗੇ। ਜੇ ਮੈਂ ਬੈਕ ਸਪੇਸ ਦਬੂੰਗਾ ਅੱਖਰ ਕੱਟੇ ਜਾਣਗੇ ਤਾਂ ਬਾਕੀ ਅੱਖਰ ਮੂਹਰੇ ਆ ਜਾਣਗੇ। ਯਾਨੀ ਹਰ ਕਰੈਕਟਰ ਦੀ, ਹਰ ਅੱਖਰ ਦੀ ਇਹ ਟੈਂਡੈਂਸੀ ਹੈ, ਇਹ ਕੋਸ਼ਿਸ਼ ਹੈ ਕਿ ਮੈਂ ਲਾਈਨ ਦੇ ਸ਼ੁਰੂ 'ਤੇ ਰਵਾਂ ਜਾਂ ਫਾਈਲ ਦੇ ਸਟਾਰਟਿੰਗ 'ਤੇ ਰਵਾਂ। ਉਹ ਪਿੱਛੇ ਇਸ ਕਰਕੇ ਹੈ ਕਿ ਉਹਨੂੰ ਵਿਚਕਾਰ ਕੋਈ ਹੋਰ, ਜਿਵੇਂ ਕੋਈ ਲੱਗੀ ਹੋਈ ਇੱਕ ਲਾਈਨ ਲੱਗੀ ਹੋਈ ਹੈ,
ਟਿਕਟਾਂ ਲੈਣ ਵਾਸਤੇ ਇੱਕ ਲਾਈਨ ਲੱਗੀ ਹੋਈ ਆ, ਜਿਹੜੇ ਉਹ ਕੁਈਜ਼ ਦੇ ਵਿੱਚ ਲਾਈਨ 'ਚ ਪਰਸਨਸ ਖੜੇ ਨੇ, ਉਹਨਾਂ ਦੀ ਕੋਸ਼ਿਸ਼ ਹੈ ਕਿ ਮੈਂ ਵਿੰਡੋ ਦੇ ਨੇੜੇ ਪਹੁੰਚ ਜਾਵਾਂ। ਵਿੰਡੋ ਦੇ ਨੇੜੇ ਇਸ ਕਰਕੇ ਨਹੀਂ ਹੈ ਕਿ ਵਿਚਕਾਰ ਲੋਕ ਖੜੇ ਆ, ਜੇ ਵਿਚਕਾਰੋਂ ਕੋਈ ਲੋਕ ਉੱਠ ਜਾਂਦੇ ਨੇ, ਹਟ ਜਾਂਦੇ ਨੇ, ਨਿਕਲ ਜਾਂਦਾ ਆ, ਤਾਂ ਸਾਰੀ ਕੁਈ ਅੱਗੇ ਲੰਘ ਜਾਂਦੀ ਆ। ਉਵੇਂ ਹੀ ਇੱਕ ਨੇ ਜੇ ਹਾਂਜੀ ਜਿਵੇਂ ਆਪਾਂ ਇਹਨੂੰ ਹਾਈਲਾਈਟ ਕਰਕੇ ਵਿਊ ਕਰਕੇ ਮਤਲਬ ਸਾਰੇ ਨੂੰ ਕੱਟ ਕਰਨਾ ਹੋਵੇ ਇੱਕਦਮ, ਮਤਲਬ ਉਹ ਫਿਰ ਸਪੇਸ ਦੇ ਨਾਲ ਜਾਂ ਡਿਲੀਟ ਨਾਲ ਹੋ ਜਾਂਦਾ ਕਿੱਦਾਂ? ਹਾਂ, ਤੁਹਾਡਾ ਕੁਐਸਚਨ ਠੀਕ ਹੈ। ਮੈਂ ਹੁਣੇ ਅਗਲੇ ਤੇ ਉਹ ਟੌਪਿਕ 'ਤੇ ਆ ਜਾਣਾ। ਤੁਸੀਂ ਡਿਲੀਟ ਸੈਕਿੰਡ ਲਾਈਨ ਚ ਕੰਟਰੋਲ ਪਲੱਸ ਲੈਫਟ ਹਾਂ ਹੈ, ਆਪਾਂ ਲੈਫਟ ਨੂੰ ਡਿਲੀਟ ਨਾਲ ਉਹ ਕਰਨਾ ਵਾ, ਮਤਲਬ ਲੈਫਟ ਨੂੰ ਹਟਾਉਣਾ ਵਾ, ਫਿਰ ਹਾਂ, ਜਿਵੇਂ ਪਹਿਲਾਂ ਤਾਂ ਕਰਸਰ ਹਾਂ, ਚਾਹੇ ਤਾਂ ਮਾਊਸ ਦੇ ਨਾਲ ਇੱਥੇ ਕਲਿੱਕ ਕਰਕੇ ਕਰਸਰ ਉੱਥੇ ਆ ਜਾਊਗਾ, ਜਾਂ ਐਰੋ ਕੀ ਨਾਲ ਹੌਲੀ ਉੱਪਰ ਲੈ ਜਾਓ, ਤੁਹਾਨੂੰ ਜਿਵੇਂ ਈਜ਼ੀ ਲੱਗੇ ਉਵੇਂ ਕਰਸਰ ਲੈ ਗਏ। ਬਿਲਕੁਲ ਠੀਕ ਤੁਸੀਂ ਕਿਹਾ, ਸਵਾਲ ਤੁਹਾਡਾ ਠੀਕ ਹੈ, ਕੁਐਸਚਨ ਗੱਲ ਠੀਕ ਹੈ, ਕਲੀਅਰ ਕਰ ਲਿਆ ਕਿ ਉੱਥੇ ਕਰਸਰ ਲਿਜਾਣਾ ਪਊਗਾ ਤਾਂ ਹੀ ਅੱਖਰ ਮਿਲੂਗਾ। ਹੁਣ ਆਪਾਂ ਡਿਲੀਟ ਕੀ ਪ੍ਰੈਸ ਕਰਾਂਗੇ ਤਾਂ ਪਹਿਲਾਂ ਐਲ ਡਿਲੀਟ ਹੋਊਗਾ, ਫਿਰ ਈ, ਬਾਰ-ਬਾਰ ਆਪਾਂ ਨੂੰ 4 ਅੱਖਰ ਮਿਟਣੇ ਤਾਂ 4 ਵਾਰੀ ਡਿਲੀਟ ਕੀ ਪ੍ਰੈਸ ਕਰਨੀ ਪਊਗੀ, ਹੈ ਨਾ। ਤੇ ਨੋਟਪੈਡ ਦੇ ਵਿੱਚ ਜਾਂ ਟਾਈਪਿੰਗ ਦੇ ਵਿੱਚ ਐਂਟਰ ਦਾ ਕੀ ਕੰਮ ਹੈ, ਉਹ ਸਪੈਸ਼ਲੀ ਇੱਕ ਮੈਂ ਬਣਾ ਕੇ ਦੱਸਦਾ। ਜਿਸ ਤਰ੍ਹਾਂ ਜਿਹੜਾ ਐਂਟਰ ਕੀਬੋਰਡ ਤੋਂ ਬਟਨ ਹੈ, ਇਹ ਵੀ ਇੱਕ ਕਰੈਕਟਰ ਪ੍ਰੈਸ, ਇੱਕ ਕਰੈਕਟਰ ਟਾਈਪ ਕਰਦਾ ਹੈ। ਐਂਟਰ ਬਾਰੇ ਮੈਂ ਕਹੂੰਗਾ ਐਂਟਰ ਇਜ਼ ਐਨ ਇਨਵਿਜ਼ੀਬਲ ਕਰੈਕਟਰ। ਜਦੋਂ ਆਪਾਂ ਐਂਟਰ ਪ੍ਰੈਸ ਕਰਦੇ, ਜਿੱਦਾਂ ਹੁਣ ਮੈਂ ਆ ਲਾਈਨ ਲਿਖਤੀ, ਐਂਟਰ ਇਜ਼ ਐਨ ਇਨਵਿਜ਼ੀਬਲ ਕਰੈਕਟਰ ਫੁੱਲ ਸਟਾਪ, ਉਸ ਤੋਂ ਬਾਅਦ ਮੈਂ ਐਂਟਰ ਪ੍ਰੈਸ ਕੀਤਾ ਤਾਂ ਫੁੱਲ ਸਟਾਪ ਤੋਂ ਬਾਅਦ ਐਂਟਰ ਫਿਜ਼ੀਕਲੀ ਇੱਥੇ ਪ੍ਰੈਸ ਹੋ ਜਾਊਗਾ, ਐਂਟਰ ਸਟੋਰ ਹੋ ਜਾਊਗਾ। ਬਟ ਜਦੋਂ ਐਂਟਰ ਦਬਾਂਗੇ ਇਹ ਦਿਖੂਗਾ ਨਹੀਂ, ਕਰਸਰ ਨੈਕਸਟ ਲਾਈਨ ਤੇ ਆ ਗਿਆ। ਐਂਟਰ ਮੂਵਸ ਐਂਟਰ ਸਟਾਰਟਸ ਏ ਨਿਊ ਲਾਈਨ। ਜਦੋਂ ਆਪਾਂ ਐਂਟਰ ਦਬਿਆ, ਐਂਟਰ ਤੋਂ ਪਿੱਛੇ ਜੋ ਕੁਝ ਵੀ ਆ ਉਹ ਨੈਕਸਟ ਲਾਈਨ ਤੇ ਦਿਖ ਜਾਂਦਾ ਹੈ। ਅੱਛਾ ਜੀ, ਮੰਨ ਲਓ ਮੈਂ ਇਨ ਬਿਟਵੀਨ, ਜਿਵੇਂ ਇੱਥੇ ਐਂਟਰ ਇਜ਼, ਇੱਥੇ ਕਰਸਰ ਲਿਆ ਕੇ ਮੈਂ ਇੱਥੇ ਐਂਟਰ ਦਬ ਦਵਾਂ, ਫਿਰ ਕੀ ਹੋਊਗਾ? ਐਂਟਰ ਪ੍ਰੈਸ ਕਰਨ ਨਾਲ ਐਂਟਰ ਜਿਹੜੀ ਲਾਈਨ ਹੈ ਜਿੱਥੇ ਲਿਖਿਆ ਹੈ ਇਜ਼ ਐਨ ਇਨਵਿਜ਼ੀਬਲ ਕਰੈਕਟਰ, ਇਹ ਬਾਕੀ ਦੀ ਲਾਈਨ ਟੁੱਟ ਕੇ ਨੀਚੇ ਆ ਜਾਊਗੀ। ਮੈਂ ਮੰਨ ਲਓ ਫਿਰ ਇੱਥੇ ਕਰਸਰ ਲੈ ਗਿਆ, ਇੱਥੇ ਐਂਟਰ ਦਬਿਆ, ਇਹ ਵੀ ਨੀਚੇ ਆ ਗਈ। ਇਹ ਜਿਹੜੀਆਂ ਹੁਣ 3 ਲਾਈਨਾਂ ਦਿਖ ਰਹੀਆਂ ਨੇ, ਐਂਟਰ ਇਜ਼ ਐਨ ਇਨਵਿਜ਼ੀਬਲ ਕਰੈਕਟਰ, ਇਹ 3 ਲਾਈਨਾਂ ਇਹ ਇੱਕ ਲਾਈਨ 'ਚ ਜੇ ਕਨਵਰਟ ਕਰਨੀਆਂ ਹੋਣ, ਇਹ 3 ਲਾਈਨਾਂ ਆਈਆਂ ਕਿਵੇਂ? ਐਂਟਰ ਤੋਂ ਬਾਅਦ ਨਾ, ਜਿੱਥੇ ਹੁਣ ਮੈਂ ਕਰਸਰ ਖੜਾਇਆ ਹੋਇਆ, ਇੱਥੇ ਮੇਰਾ ਐਂਟਰ ਪ੍ਰੈਸ ਕੀਤਾ ਹੋਇਆ, ਮੈਨੂੰ ਦਿਖ ਨਹੀਂ ਰਿਹਾ, ਬਟ ਮੈਂ ਤੁਹਾਡੀ ਜਿਹੜੀ ਨੌਲੇਜ ਹੈ ਉਹ ਇਸ ਤਰ੍ਹਾਂ ਜਿਹਦੇ ਕਿ ਤੁਹਾਨੂੰ ਪਤਾ ਹੋਊਗਾ ਕਿ ਜੇ ਐਂਟਰ ਤੋਂ ਬਾਅਦ ਇਜ਼ ਨੀਚੇ ਹੈ ਤਾਂ ਇਟ ਮੀਨਸ ਇਜ਼ ਤੇ ਐਂਟਰ ਦੇ ਇਨ ਬਿਟਵੀਨ ਇੱਕ ਬਟਨ ਹੈ, ਉਹਦਾ ਨਾਮ ਹੀ ਐਂਟਰ ਹੈ। ਆਪਾਂ ਇਹਨੂੰ ਡਿਲੀਟ ਕਰਨਾ ਹੈ, ਕੀਬੋਰਡ ਤੋਂ ਡਿਲੀਟ ਕੀ ਪ੍ਰੈਸ ਕਰਾਂਗੇ ਤਾਂ ਜਿੱਥੇ ਕਰਸਰ ਹੈ ਉੱਥੇ ਅੱਖਰ ਭਾਵੇਂ ਵਿਜ਼ੀਬਲ ਨਹੀਂ ਹੈ ਤਾਂ ਵੀ ਉਹ ਮਿਟ ਜਾਊਗਾ, ਤਾਂ ਮੀਨਸ ਇੱਥੇ ਐਂਟਰ ਮਿਟ ਜਾਊਗਾ। ਜਦੋਂ ਮੈਂ ਡਿਲੀਟ ਪ੍ਰੈਸ ਕਰੂੰਗਾ ਤਾਂ ਐਂਟਰ ਮਿਟ ਗਿਆ। ਐਂਟਰ ਮਿਟਿਆ ਤਾਂ ਆਪਣੇ ਆਪ ਹੀ ਇਜ਼ ਐਨ ਇਨਵਿਜ਼ੀਬਲ ਉੱਪਰ ਆ ਗਿਆ। ਇਸ ਲਈ ਫਿਰ ਮੈਂ ਐਂਡ ਕੀ ਪ੍ਰੈਸ ਕਰਕੇ ਇਹਦੇ ਲਾਸਟ ਤੇ ਗਿਆ। ਹੁਣ ਕਰੈਕਟਰ ਨੀਚੇ ਜਿਹੜਾ ਲਿਖਿਆ ਹੈ, ਜੇ ਮੈਂ ਇਹਨੂੰ ਉੱਪਰ ਲੈ ਕੇ ਆਉਣਾ ਆ ਤਾਂ ਮੈਂ ਇੱਥੋਂ ਕਰਸਰ ਜਿੱਥੇ ਹੈ ਉੱਥੇ ਐਂਟਰ ਪਿਆ, ਮੈਂ ਐਂਟਰ ਨੂੰ ਡਿਲੀਟ ਕਰ ਦੂੰਗਾ। ਡਿਲੀਟ ਕੀ ਦੱਬਣ ਨਾਲ ਕਰੈਕਟਰ ਉੱਪਰ ਆ ਗਿਆ। ਅਗੇਨ ਮੈਂ ਐਂਡ ਦੱਬਿਆ, ਅਗਰ ਮੈਂ ਹੁਣ ਡਿਲੀਟ ਕੀ ਪ੍ਰੈਸ ਕਰੂੰਗਾ ਤਾਂ ਕੀ ਹੋਊਗਾ? ਆ ਦੇਖੋ, ਡਿਲੀਟ ਕੀ ਦੱਬਣ ਨਾਲ ਹੇਠਲੀ ਲਾਈਨ ਉੱਪਰ ਆ ਗਈ। ਇੱਦਾਂ ਹੀ ਮੈਂ ਇੱਥੇ ਵੀ, ਅਗਰ ਮੈਂ ਇੱਥੇ ਡਿਲੀਟ ਕੀ ਪ੍ਰੈਸ ਕਰੂੰਗਾ ਦੈਨ ਕੀ ਹੋਊਗਾ? ਜਿਹੜੀ ਨੀਚੇ ਲਾਈਨ ਹੈ ਇਹ ਉੱਪਰ ਨਾਲ ਜੁੜ ਜਾਊਗੀ। ਕਿਉਂ ਜੁੜੂਗੀ? ਉਹ ਨੀਚੇ ਇਸ ਕਰਕੇ ਹੈ ਕਿ ਇੱਥੇ ਐਂਟਰ ਪ੍ਰੈਸ ਕੀਤਾ ਹੋਇਆ, ਆਪਾਂ ਡਿਲੀਟ ਕੀ ਦੱਬਾਂਗੇ ਤਾਂ ਐਂਟਰ ਡਿਲੀਟ ਹੋ ਜਾਊਗਾ। ਹੁਣ ਜਿਹੜੀ ਇਹ ਲਾਈਨ ਹੈ ਇਹਦੇ ਵਿੱਚ ਕੋਈ ਐਂਟਰ ਨਹੀਂ ਹੈਗਾ, ਇਹ ਫਾਈਲ ਹੈ ਜਿਹੜੀ, ਇਹ ਨਹੀਂ ਹੈਗਾ ਐਂਟਰ। ਸੌਰੀ, ਇੱਕ ਮਿੰਟ ਦੇਖੋ, ਹੁਣ ਮੈਂ ਮਿਟਿਆ, ਮੈਂ ਨਾ ਪਹਿਲਾਂ ਇੱਥੋਂ ਥੱਲੇ ਕਰਸਰ ਜਾਂਦਾ ਨਹੀਂ ਹੈ, ਜੇ ਮੈਂ ਐਂਟਰ ਦਬੂੰਗਾ ਦੈਨ ਉਹ ਥੱਲੇ ਗਿਆ, ਐਂਟਰ ਦਬੂੰਗਾ ਥੱਲੇ ਗਿਆ। ਹੁਣ ਇੱਥੇ ਕਿੱਥੇ ਕਿੱਥੇ ਐਂਟਰ ਹੈ ਮੈਨੂੰ ਨਹੀਂ ਦਿਖ ਰਿਹਾ, ਤਾਂ ਵੀ ਇੱਥੇ ਇੱਕ ਐਂਟਰ ਹੈ, ਆ ਡਾਟ ਤੋਂ ਬਾਅਦ ਐਂਟਰ ਹੈ, ਫਿਰ ਇੱਥੇ ਵੀ ਐਂਟਰ ਹੈ। ਇਸ ਤੋਂ ਬਾਅਦ ਮੈਂ ਬਸ ਇੱਥੇ ਤੱਕ ਹੀ, ਇੱਥੇ ਵੀ ਇੱਕ ਐਂਟਰ ਮੈਂ ਇੱਥੇ ਬਣਾ ਕੇ ਦਿੰਦਾ, ਇੱਕ ਤਾਂ ਇੱਥੇ ਐਂਟਰ ਹੈ, ਇੱਕ ਐਂਟਰ ਇੱਥੇ ਹੈ। ਵੈਸੇ ਤਾਂ ਦਿਖਦੇ ਨਹੀਂ ਹੈ, ਮੈਂ ਐਂਟਰ ਪ੍ਰੈਸ ਕੀਤਾ ਸੀਗਾ ਨਾ, ਤਾਂ ਮਤਲਬ ਜਿੱਥੇ ਮੈਂ ਹੁਣ ਐਂਟਰ ਲਿਖਿਆ ਹੈ ਇੱਥੇ ਐਕਚੁਅਲੀ ਇਸ ਤੇ ਇੱਥੇ ਐਂਟਰ ਹੈ, ਇੱਕ ਐਂਟਰ ਇੱਥੇ ਹੈ। ਇਸ ਤੋਂ ਥੱਲੇ, ਹੁਣ ਇਸ ਤੋਂ ਥੱਲੇ ਜਾਂਦਾ ਨਹੀਂ ਹੈ, ਇਹਦਾ ਮਤਲਬ ਕਿ ਇਹ ਐਂਡ ਹੈ। ਜੇ ਇਸ ਤੋਂ ਨੀਚੇ ਹੋਰ ਲੈ ਕੇ ਆਣਾ ਹੋਵੇ ਤਾਂ ਮੈਂ ਐਂਟਰ ਪ੍ਰੈਸ ਕਰੂੰਗਾ, ਐਂਟਰ ਪ੍ਰੈਸ ਕਰੂੰਗਾ ਦੈਨ ਹੋਰ ਨੀਚੇ ਆ ਗਿਆ, ਐਂਟਰ ਦਬੂੰਗਾ ਹੋਰ ਨੀਚੇ ਆ ਗਿਆ, ਜਿੰਨੇ ਐਂਟਰਸ ਦਬੂੰਗਾ ਉਨੇ ਨੀਚੇ ਆ ਜਾਣੇ ਆ। ਇਹ ਐਂਟਰ ਪ੍ਰੈਸ ਕਰਨ ਨਾਲ ਇੱਥੇ ਕੀ ਹੋਗਾ? ਖਾਲੀ ਲਾਈਨ, ਅੱਗੇ ਫਿਰ ਖਾਲੀ ਲਾਈਨ। ਮੈਂ ਡਿਲੀਟ ਬੈਕ ਸਪੇਸ, ਮੈਂ ਐਂਡ ਤੇ ਆ, ਮੈਂ ਬਿਲਕੁਲ ਐਂਡ ਤੇ ਆ। ਇਸ ਤੋਂ ਪ੍ਰੀਵੀਅਸ ਕਰੈਕਟਰ ਮਿਟਾਉਣਾ ਆ। ਪ੍ਰੀਵੀਅਸ ਕਰੈਕਟਰ ਕਿਹੜਾ ਆ? ਐਂਟਰ, ਉਹ ਮਿਟ ਜਾਊਗਾ। ਕਿਵੇਂ ਮਿਟੂਗਾ? ਬੈਕ ਸਪੇਸ ਦੱਬਣ ਨਾਲ।
ਫਿਰ ਬੈਕ ਸਪੇਸ, ਫਿਰ ਬੈਕ ਸਪੇਸ। ਬੈਕ ਸਪੇਸ ਦੱਬਣ ਨਾਲ ਇਹ ਮੇਰੇ ਅੱਖਰ ਮਿਟ ਜਾਣਗੇ। ਫਿਰ ਮੈਂ ਬੈਕ ਸਪੇਸ ਦਬਾਂਗਾ ਤਾਂ ਇਹਦੇ ਪਿੱਛੇ ਐਂਟਰ ਮਿਟ ਗਿਆ, ਫਿਰ ਮੈਂ ਦੱਬਿਆ, ਆ ਵੀ ਕੱਟਿਆ ਗਿਆ। ਹੁਣ ਮੇਰੀ ਇਹ ਫਾਈਲ ਦੇ ਵਿੱਚ ਕੋਈ ਐਂਟਰ ਨਹੀਂ ਹੈ, ਓਨਲੀ ਕਰੈਕਟਰਸ ਜੋ ਦਿਖ ਰਹੇ ਨੇ ਉਹੀ ਨੇ। ਜੇ ਮੈਂ ਕੰਟਰੋਲ ਐਂਡ ਦਬਦਾ ਤਾਂ ਇਹੀ ਐਂਡ ਹੈ, ਕੰਟਰੋਲ ਦਬਾਂਗਾ ਤਾਂ ਇਹੀ ਬਿਗਿਨ ਹੈ ਜੀ। ਜਿਵੇਂ ਹੁਣ ਤੁਸੀਂ ਪੁੱਛਿਆ ਸੀ, ਮੈਂ ਉਹਦੇ ਨਾਲ ਰਿਲੇਟਡ ਗੱਲ ਆ ਗਈ। ਆਪਾਂ ਇੱਕ ਚੀਜ਼ ਇਹ ਵੀ ਸਿੱਖਦੇ ਹਾਂ, ਸਿਲੈਕਟਿੰਗ ਟੈਕਸਟ। ਕੱਲ ਮੈਂ ਤੁਹਾਨੂੰ ਸਿਲੈਕਟ ਕਰਨ ਵਾਸਤੇ ਜਾਂ ਹਾਈਲਾਈਟ ਕਰਨ ਵਾਸਤੇ ਮਾਊਸ ਦੀ ਵਰਤੋਂ ਕੀਤੀ ਸੀ। ਕੱਲ ਤੁਸੀਂ ਨਾ ਸਿਲੈਕਟ ਕਰਨ ਵਾਸਤੇ ਆਪਾਂ ਕੱਲ ਕੀ ਕੀਤਾ ਸੀ, ਮੈਂ ਤੁਹਾਨੂੰ ਇਹ ਕਿਹਾ ਸੀਗਾ ਵੀ ਮਾਊਸ ਨਾਲ ਡਰੈਗ ਕਰ ਲਓ, ਜਿੰਨਾ ਏਰੀਆ ਮਾਊਸ ਨਾਲ ਡਰੈਗ ਕਰੋਗੇ ਉਹਨਾਂ ਸਿਲੈਕਟ ਹੋ ਜਾਂਦਾ ਹੈ। ਇਹ ਠੀਕ ਹੈ, ਇੱਕ ਤਰੀਕਾ ਹੈ, ਇਹਨੂੰ ਤੁਸੀਂ ਯੂਜ਼ ਕਰਦੇ ਹੋ, ਨੋ ਪ੍ਰੋਬਲਮ। ਆਪਾਂ ਸਿਲੈਕਟ ਕਰਨ ਵਾਸਤੇ ਕੀਬੋਰਡ ਦੀ ਵਰਤੋਂ ਵੀ ਕਰ ਸਕਦੇ ਹਾਂ। ਕੀਬੋਰਡ ਹੀ ਅੱਜ ਮੈਂ ਦੱਸ ਰਿਹਾ ਵੀ ਕੀਬੋਰਡ ਦੇ ਕਿਹੜੇ ਕੀਜ਼ ਦਾ ਕੀ ਕੰਮ ਹੈ। ਕੀਬੋਰਡ ਦੇ ਬਟਨ ਨਾਲ ਆਪਾਂ ਸਿਲੈਕਟ ਕਿਵੇਂ ਕਰਾਂਗੇ, ਤੁਹਾਨੂੰ ਮੈਂ ਇੱਥੇ ਮੈਂ ਲਿਖਣ ਲੱਗਿਆ, ਫਿਰ ਸਮਝਾਉਣਾ। ਸ਼ਿਫਟ ਕੀ ਦੱਬ ਕੇ ਐਵੇਂ ਲਿਖ ਦਿੰਦੇ ਹਾਂ, ਹੋਲਡ ਸ਼ਿਫਟ ਕੀ ਡਾਊਨ, ਸ਼ਿਫਟ ਕੀ ਨੂੰ ਪਹਿਲਾਂ ਦੱਬ ਲਓ, ਦੈਨ ਮੂਵ ਕਰਸਰ। ਕਰਸਰ ਮੀਨਸ ਇਨਸਰਸ਼ਨ ਪੁਆਇੰਟ, ਉਸ ਨੂੰ ਤੁਸੀਂ ਮੂਵ ਕਰੋ। ਜਦੋਂ ਤੁਸੀਂ ਸ਼ਿਫਟ ਦੱਬ ਕੇ ਕਰਸਰ ਮੂਵ ਕਰੋਗੇ, ਜਿੰਨੇ ਟੈਕਸਟ ਦੇ ਉੱਤੋਂ ਦੀ ਕਰਸਰ ਮੂਵ ਹੋਊਗਾ ਉਨਾ ਟੈਕਸਟ ਹਾਈਲਾਈਟ ਹੋ ਜਾਊਗਾ ਜਾਂ ਸਿਲੈਕਟ ਹੋ ਜਾਊਗਾ। ਦੇਖਿਓ, ਮੈਂ ਸ਼ਿਫਟ ਨੂੰ ਦੱਬ ਲਿਆ, ਕਰਸਰ ਨੂੰ ਪਿੱਛੇ ਲੈ ਗਿਆ, ਜਿੱਦਾਂ ਮੈਂ ਪਿੱਛੇ ਨੂੰ ਲੈ ਕੇ ਆ ਰਿਹਾ ਉਹਨਾਂ ਸਿਲੈਕਟ ਹੋ ਗਿਆ ਟੈਕਸਟ, ਉਹਨਾਂ ਹਾਈਲਾਈਟ ਹੋ ਗਿਆ। ਹੁਣ ਪਿੱਛੇ ਨੂੰ ਲਿਆਉਣ ਵਾਸਤੇ ਮੈਂ ਐਰੋ ਕੀ ਯੂਜ਼ ਕਰਦਾ ਬਾਰ-ਬਾਰ। ਵਾਈ, ਮੈਂ ਅਗਰ ਪੂਰੀ ਲਾਈਨ ਸਿਲੈਕਟ ਕਰਨੀ ਹੈ, ਮੈਂ ਹੋਮ ਦੱਬ ਦਵਾਂ। ਮੈਂ ਕੀ ਕਰਿਆ, ਸ਼ਿਫਟ ਦੱਬ ਕੇ ਹੋਮ ਦਬੂੰਗਾ ਤਾਂ ਮੈਂ ਐਂਡ ਤੋਂ ਲੈ ਕੇ ਹੋਮ ਤੱਕ ਕਰਸਰ ਮੂਵ ਵੀ ਕਰੂੰਗਾ, ਨਾਲੇ ਕਰਸਰ ਮੂਵ ਹੋ ਗਿਆ, ਨਾਲੇ ਉਹ ਪੂਰੀ ਲਾਈਨ ਸਿਲੈਕਟ ਹੋ ਗਈ। ਹੁਣ ਮੈਂ ਇਸ ਤੋਂ ਉੱਪਰ ਤੱਕ ਮੰਨ ਲਓ ਜਾਣਾ, ਸ਼ਿਫਟ ਨੂੰ ਦੱਬਿਆ ਹੋਇਆ ਹਾਲੇ ਵੀ ਮੈਂ ਸ਼ਿਫਟ ਦੱਬ ਕੇ ਮੈਂ ਕਰਸਰ ਨੂੰ ਉੱਪਰ ਸ਼ਿਫਟ ਨਹੀਂ ਛੱਡਿਆ, ਮੈਂ ਸ਼ਿਫਟ ਹਾਲੇ ਵੀ ਦੱਬਿਆ ਹੋਇਆ, ਤੇ ਹੁਣ ਮੈਂ ਉੱਪਰ ਲੈ ਜਾ ਰਿਹਾ ਇੱਦਾਂ। ਇਟ ਇਜ਼ ਵੈਰੀ ਈਜ਼ੀ ਟੂ ਸਿਲੈਕਟ। ਤੇ ਜੇ ਮੈਂ ਸਿਲੈਕਟ ਵੱਧ ਕਰ ਗਿਆ, ਘੱਟ ਕਰਨਾ ਸੀ, ਮੈਂ ਸ਼ਿਫਟ ਨੂੰ ਹਲੇ ਛੱਡਿਆ ਨਹੀਂ ਹੈ, ਸ਼ਿਫਟ ਨੂੰ ਦੱਬ ਕੇ ਮੈਂ ਅਗੇਨ ਕਰਸਰ ਨੂੰ ਨੀਚੇ ਲੈ ਗਿਆ। ਇਸ ਵੇ ਨਾਲ ਜਿੰਨਾ ਸਾਨੂੰ ਜ਼ਰੂਰਤ ਹੈ ਉਹਨਾਂ ਟੈਕਸਟ ਅਸੀਂ ਕੀਬੋਰਡ ਤੋਂ ਸ਼ਿਫਟ ਕੀ ਨੂੰ ਮੂਵ ਕਰਕੇ ਕਰਸਰ ਸਿਲੈਕਟ ਕਰ ਸਕਦੇ ਹਾਂ। ਤੋ ਸ਼ਿਫਟ ਕੀ ਹੋਲਡ ਰੱਖ ਕੇ ਕਰਸਰ ਨੂੰ ਮੂਵ ਕਰੋ। ਕਰਸਰ ਮੂਵ ਕਰਨ ਵਾਸਤੇ ਕੀਜ਼ ਮੈਂ ਦੱਸੀਆਂ ਨੇ, ਇਹਨਾਂ ਕੀਜ਼ ਦਾ ਇਸਤੇਮਾਲ ਕਰੋ। ਇਹਨਾਂ ਕੀਜ਼ ਦੇ ਦੁਆਰਾ ਸ਼ਿਫਟ ਦੱਬ ਕੇ ਕਰਸਰ ਮੂਵ ਕਰਨ ਨਾਲ ਕੀ ਹੁੰਦਾ ਆ, ਟੈਕਸਟ ਸਿਲੈਕਟ ਹੋ ਜਾਊਗਾ। ਕਰਕੇ ਦੇਖਿਓ। ਸਿਲੈਕਟ ਕਰਨ ਵਾਸਤੇ ਕਈ ਵਾਰੀ ਮਾਊਸ ਤੋਂ ਸਿਲੈਕਟ ਕਰਨਾ ਔਖਾ ਲੱਗਦਾ ਤਾਂ ਆਪਾਂ ਕੀਬੋਰਡ ਤੋਂ ਸੌਖਾ ਲੱਗਦਾ। ਤੁਸੀਂ ਇਹ ਦੇਖਣਾ ਹੈ ਕਿ ਕਿੱਦਾਂ ਆਪਾਂ ਫਾਸਟ ਕਰ ਸਕਦੇ ਹਾਂ। ਜਿਵੇਂ ਮੈਂ ਦੱਸਿਆ ਪੇਜ ਅਪ, ਤੋਂ ਆਪਾਂ ਸ਼ਿਫਟ ਦੱਬ ਕੇ ਪੇਜ ਅਪ ਦੱਬ ਦਿੰਦੇ ਹਾਂ, ਕਰਸਰ ਉੱਪਰ ਨੂੰ ਚਲੇ ਜਾਊਗਾ, ਨਾਲੇ ਸਿਲੈਕਟ ਹੋ ਗਿਆ। ਫਿਰ ਹੋਰ ਦੱਬਿਆ ਪੇਜ ਅਪ, ਹੋਰ ਉੱਪਰ ਚਲਾ ਗਿਆ। ਇਸ ਤੋਂ ਉੱਪਰ ਜਾਂਦਾ ਨਹੀਂ ਕਿਉਂਕਿ ਆਪਾਂ ਬਿਲਕੁਲ ਟੌਪ 'ਤੇ ਆ ਗਏ ਹਾਂ। ਹੁਣ ਉੱਪਰ ਨਹੀਂ ਜਾ ਰਿਹਾ ਤਾਂ ਚਲੋ ਫਿਰ ਮੇਰੇ ਕੋਲ ਆਪਸ਼ਨ ਹੈਗਾ, ਮੈਂ ਐਰੋ ਕੀ ਨਾਲ ਜਾ ਸਕਦਾ ਹਾਂ। ਅਤੇ ਕੰਟਰੋਲ ਹੋਮ ਨਾਲ ਤਾਂ ਕੰਮ ਦੱਸਿਆ ਸੀ ਨਾ, ਸ਼ਿਫਟ ਫੜ ਕੇ ਕੰਟਰੋਲ ਹੋਮ ਦੱਬ ਦਿਓ। ਜੀ ਆਪਾਂ 6th ਲਾਈਨ ਉਹ ਕਰਨੀ ਹੋਵੇ, ਕੱਲੀ 6 ਲਾਈਨ ਕਰਨੀ ਹੋਵੇ, ਮੰਨ ਲਓ ਆਪਾਂ ਆਹ ਲਾਈਨ ਕੱਲੀ ਕਰਨੀ ਹੈ ਨਾ, ਨਹੀਂ ਸਾਰੇ ਕਰਕੇ ਛੱਡਣੀ, ਮਿਡਲ ਲਾਈਨ ਹੋਵੇ, ਕਿੱਦਾਂ ਛੱਡਾਂਗੇ, ਸਾਰੇ ਨੂੰ ਡਰੈਗ ਕਰਕੇ ਲਾਈਨ ਛੱਡਣੀ ਹੈ। ਅੱਛਾ, ਤੁਸੀਂ ਇਹ ਕਹਿ ਰਹੇ ਹੋ ਮੰਨ ਲਓ ਆਹ ਵੀ ਸਿਲੈਕਟ ਕਰਨਾ ਆ, ਆਹ ਛੱਡ ਕੇ ਅੱਗੇ ਹੋਰ ਕੋਈ ਸਿਲੈਕਟ ਕਰਨਾ ਹੈ ਵਿਚਕਾਰੋਂ ਛੱਡ ਕੇ। ਹਾਂਜੀ, ਜਿਵੇਂ ਆਈ ਲਿਵ ਇਨ ਸਾਹਨੇਵਾਲ, ਇਹਨੂੰ ਛੱਡਣਾ ਹੈ, ਇਹਨੂੰ ਛੱਡਣਾ ਆ। ਦੇਖੋ ਜਿਹੜੀ ਸਿਲੈਕਸ਼ਨ ਹੈ ਨਾ, ਇੱਕ ਕੰਟੀਨਿਊਸ ਹੋਣੀ ਆ। ਤੁਸੀਂ ਚਾਹੁੰਦੇ ਹੋ ਕਿ ਪਹਿਲੀਆਂ 3 ਲਾਈਨਾਂ ਸਿਲੈਕਟ ਕਰਨੀਆਂ ਨੇ, ਫਿਰ ਚੌਥੀ ਛੱਡ ਕੇ ਫਿਰ ਅਗਲੀਆਂ 2 ਸਿਲੈਕਟ ਕਰਨੀਆਂ ਨੇ। ਇਹ ਫਿਰ 2 ਵਾਰੀ ਅਲੱਗ-ਅਲੱਗ ਕਰਨਾ ਪਊਗਾ। ਪਹਿਲਾਂ ਇੱਕ ਵਾਰੀ ਉਹ ਕੰਮ ਕਰੋ, ਉਹ 'ਤੇ ਜੋ ਕੰਮ ਕਰਨਾ ਕਰ ਲਓ, ਫਿਰ ਦੂਜੀ ਵਾਰੀ। ਹਾਂ, ਅੱਗੇ ਐਪਲੀਕੇਸ਼ਨਸ ਮੈਂ ਫਿਰ ਉਹੀ ਗੱਲ ਕੱਲ੍ਹ ਵਾਲੀ ਆ ਜਾਣੀ ਹੈ ਕਿ ਨੋਟਪੈਡ ਦੇ ਵਿੱਚ ਇਸ ਤਰ੍ਹਾਂ ਹੀ ਕਰ ਸਕਦੇ ਹਾਂ। ਐਕਸਲ ਹੈ, ਕਈ ਹੋਰ ਐਪਲੀਕੇਸ਼ਨਸ ਨੇ, ਕੋਰਲ ਡਰਾ ਹੈ, ਹੋਰ ਐਪਲੀਕੇਸ਼ਨਸ ਨੇ, ਉਹਦੇ ਵਿੱਚ ਆਪਾਂ ਉਹਨਾਂ ਵਿੱਚ ਫੀਚਰਸ ਹਨ, ਬਟ ਦਿਸ ਫੀਚਰ ਜੋ ਤੁਸੀਂ ਸੋਚ ਰਹੇ ਹੋ ਫੀਚਰ ਨੋਟਪੈਡ ਵਿੱਚ ਨਹੀਂ ਹੈਗਾ। ਤੋ ਇੱਥੇ ਇਹ ਚੀਜ਼ ਨੂੰ ਮੈਂ ਐਂ ਵੀ ਕਹਿ ਦੇਵਾਂ, ਜਿਵੇਂ ਮੰਨ ਲਓ ਆਪਾਂ ਸ਼ਿਫਟ ਨੂੰ ਦੱਬ ਕੇ ਕੰਟਰੋਲ ਹੋਮ ਦੱਬ ਦਈਏ, ਫਿਰ ਕੀ ਹੋਊਗਾ, ਸ਼ਿਫਟ ਪਲੱਸ ਕੰਟਰੋਲ ਹੋਮ। ਮੰਨ ਲਓ ਇਹ ਦੱਬਿਆ, ਸ਼ਿਫਟ ਪਲੱਸ ਕੰਟਰੋਲ ਪਲੱਸ ਹੋਮ ਹੈ, 3 ਅੱਖਰ ਹੋ ਗਏ। ਪਹਿਲਾਂ ਸ਼ਿਫਟ ਦੱਬਿਆ, ਫਿਰ ਕੰਟਰੋਲ ਹੋਮ ਦੱਬਿਆ, ਤੋ ਸ਼ਿਫਟ ਪਲੱਸ ਕੰਟਰੋਲ ਪਲੱਸ ਹੋਮ। ਅਗਰ ਇਹ ਦੱਬਾਂਗੇ ਫਿਰ ਕੀ ਹੋਊਗਾ, ਜਿੱਥੇ ਕਰਸਰ ਹੈ ਉੱਥੋਂ ਤੋਂ ਲੈ ਕੇ ਉੱਪਰ ਨੂੰ ਕਰਸਰ ਚਲੇ ਜਾਊਗਾ ਤਾਂ ਨਾਲੇ ਸਿਲੈਕਸ਼ਨ ਹੋ ਜਾਊਗੀ। ਤੋ ਜਿਵੇਂ ਮੈਂ ਸਪੋਜ਼ ਦੈਟ ਇੱਥੇ ਕਰਸਰ ਖੜਾ, ਇੱਥੇ ਹੁਣ ਮੈਂ ਇੱਥੇ ਅਗਰ ਸ਼ਿਫਟ ਕੰਟਰੋਲ ਹੋਮ ਦੱਬਾਂ ਤਾਂ ਕੀ ਹੋਊਗਾ, ਸ਼ਿਫਟ ਕੰਟਰੋਲ ਹੋਮ ਦੱਬਾਂ ਤਾਂ ਕਰਸਰ ਉੱਪਰ ਚਲੇ ਜਾਊਗਾ।
ਉੱਪਰ ਨੂੰ ਜਾਊਗਾ ਔਰ ਜਿੰਨਾ ਉੱਪਰ ਜਾਊਗਾ ਉਹਨਾਂ ਤੱਕ ਸਾਰਾ ਟੈਕਸਟ ਸਿਲੈਕਟ ਵੀ ਹੋਊਗਾ। ਕੰਟਰੋਲ ਸ਼ਿਫਟ ਹੋਮ ਦਬਿਆ, ਉੱਪਰ ਨੂੰ ਚਲੇ ਗਿਆ। ਤੁਸੀਂ ਇਹਨੂੰ ਨਾ ਸਕਰੋਲ ਕਰਕੇ ਦਿਖਾਉਣਾ, ਜਿੱਥੇ ਕਰਸਰ ਸੀ ਉੱਥੋਂ ਤੋਂ ਲੱਗ ਕੇ ਉੱਪਰ ਤੱਕ ਸਾਰਾ ਟੈਕਸਟ ਸਿਲੈਕਟ ਹੋ ਗਿਆ। ਇੱਦਾਂ ਹੀ ਮੰਨ ਲਓ ਕਰਸਰ ਇੱਥੇ ਖੜਾ, ਆਪਾਂ ਇੱਥੋਂ ਤੋਂ ਥੱਲਾ ਸਾਰਾ ਟੈਕਸਟ ਸਿਲੈਕਟ ਕਰਨਾ ਹੈ, ਇੱਕੋ ਦਮ ਸਿਲੈਕਟ ਹੋ ਜਾਊਗਾ। ਹਾਲਾਂਕਿ ਤੁਹਾਡੇ ਕੋਲ ਤਰੀਕਾ ਮਾਊਸ ਨਾਲ ਵੀ ਹੈਗਾ, ਤੁਹਾਡੇ ਕੋਲ ਤਰੀਕਾ ਕੀਬੋਰਡ ਤੋਂ ਐਰੋ ਕੀ ਨਾਲ ਵੀ ਹੈਗਾ, ਪਰ ਬਹੁਤ ਕੁਇਕੈਸਟ ਵੇ ਇਹ ਹੈ ਕਿ ਇੱਥੋਂ ਤੁਸੀਂ ਕੰਟਰੋਲ ਸ਼ਿਫਟ ਕੰਟਰੋਲ ਐਂਡ ਦਬੋ। ਸ਼ਿਫਟ ਕੰਟਰੋਲ ਐਂਡ ਦਬਾਂਗੇ ਤਾਂ ਜਿੱਥੇ ਕਰਸਰ ਹੈ ਉੱਥੋਂ ਤੋਂ ਲੈ ਕੇ ਐਂਡ ਤੱਕ ਕਰਸਰ ਮੂਵ ਹੋ ਗਿਆ। ਸ਼ਿਫਟ ਨੇ ਉਹਨੂੰ ਸਿਲੈਕਟ ਕਰਤਾ। ਕੀਜ਼ ਆਪਾਂ ਦੋ ਕਰਨੇ ਨੇ। ਹਾਂ, ਆਪ ਕਰਕੇ ਦੇਖੋ, ਇੱਕ ਮਿੰਟ ਪ੍ਰੈਕਟਿਸ ਕਰੋ। ਜਿਵੇਂ ਇੱਥੇ ਕਰਸਰ ਹੈ, ਇੱਥੋਂ ਤੋਂ ਲੈ ਕੇ ਐਂਡ ਵਾਲਾ ਸਾਰਾ ਸਿਲੈਕਟ ਕਰਨਾ ਹੈ, ਕਰਕੇ ਦੇਖੋ। ਸ਼ਿਫਟ ਦਬ ਲਓ, ਸ਼ਿਫਟ ਪਹਿਲਾਂ ਦਬ ਲਓ, ਗੂਗਲ ਨੇ ਇਕੱਲੀ ਸ਼ਿਫਟ ਦਬਣ ਦਾ ਕੋਈ ਨੁਕਸਾਨ ਨਹੀਂ ਹੈਗਾ। ਹੁਣ ਕੰਟਰੋਲ ਦਬ ਲਓ, ਹੁਣ ਐਂਡ ਦਬ ਦਿਓ, ਹੁਣ ਤਿੰਨੇ ਗੱਲਾਂ ਛੱਡ ਦਿਓ। ਹਾਂ, ਆਪ ਕਰਕੇ ਦੇਖੋ। ਤੁਸੀਂ ਐ ਕਰੋ, ਇਹ ਇੱਥੋਂ ਤੋਂ ਨਾ, ਇੱਥੋਂ ਤੋਂ ਲੈ ਕੇ ਨਾ ਉੱਪਰ ਨੂੰ ਸਾਰਾ ਸਿਲੈਕਟ ਕਰੋ, ਉੱਪਰਲਾ ਸਾਰਾ ਹੀ, ਜਿੱਥੇ ਕਰਸਰ ਹੈ ਇਸ ਤੋਂ ਉੱਪਰ ਸਾਰਾ ਸਿਲੈਕਟ ਕਰਨਾ ਹੈ। ਤੁਸੀਂ ਐਂਡ ਦਬਿਆ, ਐਂਡ ਵਾਲਾ ਹੋ ਗਿਆ। ਹਾਂ, ਜੇ ਉੱਪਰਲਾ ਕਰਨਾ ਹੋਮ, ਜੇ ਐਂਡ ਵਾਲਾ। ਮੈਂ ਇੱਕ ਮਿੰਟ ਦੁਬਾਰਾ ਕਰਦਾ, ਨਹੀਂ ਇੱਕ ਮਿੰਟ ਰੁਕੋ, ਪਹਿਲਾਂ ਜਿੱਥੋਂ ਸ਼ੁਰੂ ਕਰਨਾ ਉੱਥੇ ਕਰਸਰ ਲੈ ਜਾਂਦੇ ਆ। ਮੈਂ ਕਹੂੰਗਾ ਵੀ ਇੱਥੋਂ ਤੋਂ ਉੱਪਰ ਨੂੰ ਸਾਰਾ ਕਰੋ। ਕੰਟਰੋਲ ਪਰ ਪਹਿਲਾਂ ਸ਼ਿਫਟ ਦਬ ਲਓ। ਹੋ ਕਿੱਦਾਂ ਗਿਆ, ਹੋ ਤਾਂ ਕਿੱਦਾਂ ਗਿਆ। ਤੁਸੀਂ ਨਾ, ਮੈਂ ਦੇਖਿਆ ਤੁਸੀਂ ਇੱਕ ਆਹ ਕੁਛ ਮੇਰੇ ਤੋਂ ਕੀ ਹੋਇਆ, ਡਿਲੀਟ ਕਰ, ਅੰਡੂ ਕਰ ਦੇਣਾ। ਮੈਂ ਤੁਹਾਨੂੰ ਦੱਸਦਾ ਬਾਅਦ 'ਚ ਕੀ ਹੋਇਆ ਸੀਗਾ। ਤੁਸੀਂ ਜਦੋਂ ਕੀ ਦਬਦੇ ਹੋ ਨਾ, ਮੈਂ ਇਹ ਨੋਟਿਸ ਕੀਤਾ ਕਿ ਤੁਸੀਂ ਕੀ ਗਲਤੀ ਕਰਦੇ ਹੋ। ਮੰਨ ਲਓ ਇੱਥੇ ਕਰਸਰ ਖੜਾ, ਆਮ ਤੌਰ 'ਤੇ ਨਾ ਆਪਾਂ ਨੂੰ ਪਤਾ ਵੀ ਜੇ ਮੈਂ ਕੋਈ ਬਟਨ ਦਬੂੰਗਾ ਤਾਂ ਦੱਬ ਕੇ ਰੱਖਣਾ ਨਹੀਂ ਆ, ਹੋਲਡ ਨਹੀਂ ਰੱਖਣਾ ਹੈਗਾ, ਛੱਡ ਦੇਣੇ ਹੁੰਦੇ ਆ। ਤੋ ਬਟ ਅਗਰ ਮੈਂ ਇਹ ਦਬਣੀ ਹੈ ਤਾਂ ਇਹ ਆਪਾਂ ਦੱਬ ਕੇ ਜੇ ਛੱਡ ਦਿੰਦੇ ਆ ਵੀ ਜਸਟ ਪ੍ਰੈਸ ਐਂਡ ਇੱਕਦਮ ਰਿਲੀਜ਼ ਕਰ ਦਿੰਦੇ ਆ। ਪਰ ਸ਼ਿਫਟ ਤੇ ਕੰਟਰੋਲ ਇੱਦਾਂ ਦੇ ਨੇ ਜਿਹਨੂੰ ਆਪਾਂ ਦੱਬੀ ਰੱਖੋ ਕੋਈ ਫਰਕ ਨਹੀਂ ਪੈਣਾ। ਸ਼ਿਫਟ ਨੂੰ ਤੁਸੀਂ ਆਰਾਮ ਨਾਲ, ਮੈਂ ਹੁਣ ਸ਼ਿਫਟ ਨੂੰ ਪ੍ਰੈਸ ਕਰ ਲਿਆ, ਇਕੱਲੀ ਸ਼ਿਫਟ ਦੱਬਣ ਦਾ ਕੋਈ ਫਰਕ ਨਹੀਂ ਪੈਣਾ ਹੈਗਾ। ਹੁਣ ਮੈਂ ਕੰਟਰੋਲ ਨੂੰ ਪ੍ਰੈਸ ਕਰ ਲਿਆ, ਨੋ ਪ੍ਰੋਬਲਮ, ਕੁਝ ਨਹੀਂ ਹੋਇਆ ਉੱਥੇ। ਹੁਣ ਮੈਂ ਹੋਮ ਦੱਬ ਕੇ ਛੱਡਤਾ, ਹਾਲੇ ਵੀ ਮੈਂ ਸ਼ਿਫਟ ਤੇ ਕੰਟਰੋਲ ਦੱਬੀ ਹੋਈ ਆ, ਹੁਣ ਮੈਂ ਛੱਡਣ ਲੱਗਿਆ। ਯਾਨੀ ਤੁਸੀਂ, ਮੈਂ ਇਹ ਦੇਖਿਆ ਸੀ ਤੁਸੀਂ ਕੀ ਕੀਤਾ, ਤੁਸੀਂ ਤਿੰਨੇ ਇਕੱਠੇ ਇੱਕਦਮ ਦੱਬੇ, ਇੱਕਦਮ ਛੱਡੇ, ਕਰਤਾ ਹੋਇਆ ਕੰਮ। ਬਟ ਐਦਾਂ ਦੀ ਕੋਈ ਲੋੜ ਨਹੀਂ ਕਿ ਆਪਾਂ ਇੱਕਦਮ ਛੱਡ ਕੇ ਲਿਖੋ। ਤਾਂ ਪਹਿਲਾਂ ਤੁਸੀਂ ਸ਼ਿਫਟ ਤੇ ਕੰਟਰੋਲ ਹੋਮ, ਜਿਹਨੂੰ ਮਰਜ਼ੀ ਪਹਿਲਾਂ ਦੱਬ ਲਓ, ਕੰਟਰੋਲ ਜਾਂ ਸ਼ਿਫਟ ਜਾਂ ਕੰਟਰੋਲ ਜਾਂ ਦੋਨੇ ਇਕੱਠੇ ਦੱਬ ਲਓ, ਦੱਬ ਕੇ ਫਿਰ ਆਰਾਮ ਨਾਲ ਹੋਮ ਦੱਬੋ, ਫਿਰ ਛੱਡ ਦਿਓ। ਅਗੇਨ ਮੈਂ ਦੇਖੂੰਗਾ ਤੁਸੀਂ ਕਿਵੇਂ ਕਰੋਗੇ। ਮੰਨ ਲਓ ਮੈਂ ਕਹਾਂ ਇੱਥੋਂ ਤੋਂ ਲੈ ਕੇ ਉੱਪਰ ਨੂੰ ਸਾਰਾ ਸਿਲੈਕਟ ਕਰੋ, ਜਿੱਥੇ ਕਰਸਰ ਇੱਥੋਂ ਤੋਂ ਲੈ ਕੇ ਉੱਪਰ ਨੂੰ ਸਾਰਾ ਸਿਲੈਕਟ ਕਰਨਾ ਹੈ। ਕੰਟਰੋਲ ਤੇ ਸ਼ਿਫਟ ਆਰਾਮ ਨਾਲ ਤੁਸੀਂ ਫਿਰ ਉਵੇਂ ਕਾਹਲੀ ਕਰਦੇ ਹੋ। ਮਤਲਬ ਤੁਹਾਨੂੰ ਐਂ ਲੱਗਦਾ ਕਿ ਕਿਤੇ ਕੰਟਰੋਲ ਸ਼ਿਫਟ ਦੱਬ ਕੇ ਰੱਖਣ ਨਾਲ ਕੋਈ ਨੁਕਸਾਨ ਨਾ ਹੋਵੇ। ਤੁਸੀਂ ਕੰਟਰੋਲ ਸ਼ਿਫਟ ਦੱਬ ਕੇ ਇੱਕਦਮ ਜਿਹਦੇ ਨਾਲ ਦੀ ਨਾਲ ਹੀ ਹੋਮ ਦੱਬਿਆ, ਕੰਮ ਤਾਂ ਹੋ ਗਿਆ, ਠੀਕ ਹੈ। ਬਟ ਇੱਕ ਕਰਨ ਦੀ ਲੋੜ ਨਹੀਂ ਹੈ ਕਿ ਆਪਾਂ ਨੂੰ ਇੱਕਦਮ ਹੀ ਹੋਮ ਦੱਬਣਾ ਹੈ। ਕੰਟਰੋਲ ਸ਼ਿਫਟ ਦੱਬ ਕੇ ਰੱਖ ਲਿਆ, ਉਸ ਤੋਂ ਬਾਅਦ ਆਰਾਮ ਨਾਲ ਹੋਮ ਦੱਬਿਆ, ਕੋਈ ਗੱਲ ਨਹੀਂ ਹੈਗੀ। ਜਿਹੜੀ ਤੁਸੀਂ ਤਿੰਨੇ ਕੀਜ਼ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਦੋ ਇਕੱਠੀਆਂ ਕਰਨੇ, ਤੀਜੀ ਕੀਜ਼ ਆਰਾਮ ਨਾਲ ਬਾਅਦ ਦੱਬ ਲਓ, ਲੈ ਦੁਬਾਰਾ ਕਰੋ। ਇਹ ਕਰਸਰ ਇੱਥੇ ਖੜਾ, ਇੱਥੋਂ ਉੱਪਰ ਨੂੰ ਚੱਲੋ, ਪਹਿਲਾਂ ਸ਼ਿਫਟ ਕੰਟਰੋਲ ਦੱਬ ਲਓ। ਹਾਂ ਹੁਣ ਠੀਕ ਹੈ। ਮੈਂ ਵਾਪਸ ਇੱਥੇ ਆ ਰਿਹਾ। ਤੋ ਕੰਟਰੋਲ ਸ਼ਿਫਟ ਹੋਮ ਦਾ ਕੰਮ ਹੋ ਗਿਆ, ਜਿੱਥੇ ਕਰਸਰ ਹੈ ਉਸ ਤੋਂ ਉੱਪਰ ਨੂੰ ਸਾਰਾ ਸਿਲੈਕਟ ਕਰਨ ਲਈ। ਇੱਦਾਂ ਕਿਸੇ ਤਰੀਕੇ ਨਾਲ ਵੀ ਕੋਈ ਲਿਖਣ ਦੀ ਕੋਈ ਲੋੜ ਨਹੀਂ ਸੀ, ਤਾਂ ਅੰਡਰਸਟੂਡ ਹੀ ਹੋ ਗਿਆ ਨਾ ਕਿ ਸ਼ਿਫਟ ਕੀ ਦੱਬ ਕੇ ਜਿੱਦਾਂ ਮਰਜ਼ੀ ਕਰਸਰ ਮੂਵ ਕਰੋ। ਜਿੰਨਾ ਕਰਸਰ ਸ਼ਿਫਟ ਦੱਬ ਕੇ ਮੂਵ ਹੋਊਗਾ ਉਹਨਾਂ ਉਹਦੇ ਅੰਦਰਲਾ ਜਿੰਨਾ ਵੀ ਟੈਕਸਟ ਹੈ ਉਹ ਸਾਰਾ ਹਾਈਲਾਈਟ ਜਾਂ ਸਿਲੈਕਟ ਹੋ ਜਾਊਗਾ। ਸਿਲੈਕਟ ਕਰਨ ਦੀ ਲੋੜ ਕੀ ਹੈ, ਸਿਲੈਕਟ ਆਪਾਂ ਕਿਉਂ ਕਰਦੇ ਹਾਂ? ਹਾਂ, ਤਾਂ ਕਿ ਆਪਾਂ ਕਾਪੀ ਜਾਂ ਪੇਸਟ ਕਰ ਸਕੀਏ, ਕਾਪੀ ਜਾਂ ਕੱਟ ਕਰ ਸਕੀਏ। ਤੁਹਾਨੂੰ ਮੈਂ ਕਾਪੀ ਕਮਾਂਡ ਕੱਲ੍ਹ ਸਿਖਾਈ ਸੀ, ਕੱਟ ਹਾਲੇ ਕੱਲ੍ਹ ਗੱਲ ਨਹੀਂ ਸੀ ਕੀਤੀ, ਅੱਜ ਕਰਦੇ ਹਾਂ। ਇਸ ਤੋਂ ਬਾਅਦ ਤੁਸੀਂ ਵਿਚਾਲੇ ਜੀ ਇਹ ਕਹਿ ਰਹੇ ਸੀ ਕਿ ਮੰਨ ਲਓ ਆਪਾਂ ਹੋਮ ਇੱਕਦਮ ਡਿਲੀਟ ਕਰਨਾ ਹੈ, ਤਾਂ ਮੈਂ ਇਹਨੂੰ ਐਂ ਕਰਦਾ ਹੁੰਦਾ, ਜਾਂ ਤਾਂ ਮੈਂ ਡਿਲੀਟ ਕੀ ਦੱਬਾਂ 4 ਵਾਰੀ, ਕਰਸਰ ਹੋਮ ਤੇ ਖੜਾ ਨਾ, ਡਿਲੀਟ ਦੀ 4 ਵਾਰ ਦੱਬੂਗਾ, HOME ਮਿਟ ਜਾਊਗਾ। ਤੇ ਇੱਕ ਤਰੀਕਾ ਮੈਂ ਐਂ ਵੀ ਕਈ ਵਾਰੀ ਕਰਦਾ ਹੁੰਦਾ, ਸ਼ਿਫਟ ਦੱਬ ਕੇ ਕੰਟਰੋਲ ਰਾਈਟ ਕੀ ਦੱਬੀ, ਹੋਮ ਪੂਰਾ ਦਾ ਪੂਰਾ ਸਿਲੈਕਟ ਹੋ ਗਿਆ, ਸ਼ਿਫਟ ਫੜ ਕੇ ਕੰਟਰੋਲ ਰਾਈਟ ਕੀ ਦੱਬੀ। ਮਾਊਸ ਨਾਲ ਵੀ ਕਰ ਸਕਦੇ ਹਾਂ, ਨੋ ਡਾਊਟ, ਠੀਕ ਹੈ, ਜਿੱਦਾਂ ਈਜ਼ੀ ਲੱਗੇ। ਮਾਊਸ ਨਾਲ ਆਪਾਂ ਹੋਮ ਦੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਡਰੈਗ ਕਰ ਲਿਆ। ਜਿੰਨਾ ਵੀ ਡਰੈਗ ਕਰਾਂਗੇ ਇਕੱਠਾ ਕੰਟੀਨਿਊਸਲੀ
ਉਨਾ ਹੀ ਸਿਲੈਕਟ ਹੋ ਜਾਊਗਾ। ਇੱਦਾਂ ਬੈਕ ਵੀ ਲਿਆ ਸਕਦੇ ਹਾਂ ਇਸ ਤਰੀਕੇ ਨਾਲ। ਮਾਊਸ ਨੂੰ ਡਰੈਗ ਕਰਕੇ ਜਿੰਨਾ ਏਰੀਆ ਮਾਊਸ ਜਿੰਨੇ ਏਰੀਆ ਦੇ ਉੱਤੇ ਜਿੰਨੇ ਟੈਕਸਟ ਦੇ ਉੱਤੇ ਮਾਊਸ ਡਰੈਗ ਕਰਾਂਗੇ ਉਹ ਟੈਕਸਟ ਸਿਲੈਕਟ ਹੋ ਜਾਊਗਾ, ਚਾਹੇ ਉਹ 2 ਅੱਖਰ ਹੋਣ, ਚਾਹੇ 10 ਅੱਖਰ ਹੋਣ, ਚਾਹੇ 1000 ਹੋਣ। ਤੇ ਇੱਦਾਂ ਹੀ ਜੇ ਆਪਾਂ ਕਰਸਰ ਨੂੰ ਇੱਥੇ ਰੱਖ ਕੇ ਸ਼ਿਫਟ ਕੰਟਰੋਲ ਰਾਈਟ ਕੀ ਦਬਾਉਂਗੇ ਤਾਂ ਇੱਕ ਅੱਖਰ ਇੱਕ ਵਰਡ ਪੂਰਾ ਅੱਗੇ, ਫਿਰ 1 ਬਾਈ 1 ਵਰਡ। ਹੁਣ ਆਹ ਕੀ ਹੈ, ਫਾਈਲ, ਵਿੰਡੋ, ਡਾਕੂਮੈਂਟ, ਇਹ ਸਾਰੇ ਵਿਚਕਾਰ ਸਪੇਸ ਨਹੀਂ ਹੈਗੀ ਨਾ, ਕੰਪਿਊਟਰ ਨੂੰ ਇਕੱਠੇ ਨੂੰ ਇੱਕ ਸ਼ਬਦ ਮੰਨ ਲਿਆ। ਜੀ ਫਾਈਲ ਫਿਰ ਸਪੇਸ ਪਾ ਕੇ ਸਲੈਸ਼ ਵਿੰਡੋ ਪਾ ਦਈਏ, ਯਾਨੀ ਕਿ ਇਹ 1 ਵਰਡ ਹੈ। ਜਦੋਂ ਮੈਂ ਇਹਨੂੰ ਰਾਈਟ ਕੀ ਕੰਟਰੋਲ ਦੱਬ ਕੇ ਪ੍ਰੈਸ ਕਰਦਾ ਸਾਰਾ ਵਰਡ ਇਕੱਠਾ ਚਲੇ ਗਿਆ ਅੱਗੇ ਨੂੰ। ਇਟ ਮੀਨਸ ਦਿਸ ਹੋਲ 3 ਸ਼ਬਦਾਂ ਦਾ ਇੱਕੋ ਹੀ ਵਰਡ ਹੈ, ਕੰਪਿਊਟਰ ਦੇ ਹਿਸਾਬ ਨਾਲ ਇੱਕ ਵਰਡ ਹੈ, ਸਾਨੂੰ 3 ਵਰਡ ਲੱਗਦੇ ਨੇ, ਸਲੈਸ਼ ਪਾਈ ਹੋਈ ਹੈ ਵਿਚਾਲੇ। ਮਾਊਸ ਦੇ ਨਾਲ ਮਤਲਬ ਡਰੈਗ ਕਰਕੇ ਉਹ ਤੋਂ ਬਾਅਦ ਮਤਲਬ ਜੇ ਡਿਲੀਟ ਕਰਨਾ ਉਹ ਕਿਹੜਾ ਅੱਛਾ ਆਹ ਸਿਲੈਕਟ ਹੋ ਗਿਆ ਨਾ। ਹਾਂ ਯੂ ਆਸਕਡ ਵੈਰੀ ਗੁੱਡ ਕੁਐਸਚਨ, ਵਧੀਆ ਕੁਐਸਚਨ ਪੁੱਛਿਆ ਸੀ। ਆਹ ਡਿਲੀਟ ਕੀ ਦਾ ਕੰਮ ਮੈਂ ਦੱਸਿਆ ਸੀਗਾ ਕੀ ਹੁੰਦਾ ਡਿਲੀਟ ਕੀ ਦਾ ਕੰਮ। ਜਿੱਥੇ ਕਰਸਰ ਹੈ ਪਹਿਲਾਂ ਮੈਂ ਦੱਸਿਆ, ਜਿੱਥੇ ਕਰਸਰ ਹੈ ਉਸ ਤੋਂ ਰਾਈਟ ਵਾਲਾ ਇੱਕ ਅੱਖਰ ਮਿਟ ਜਾਂਦਾ ਹੈ। ਇਹ ਵੀ ਹੈਗਾ ਕਿ ਜਿੰਨਾ ਟੈਕਸਟ ਸਿਲੈਕਟਡ ਉਹ ਵੀ ਮਿਟ ਜਾਂਦਾ ਹੈ। ਟੂ ਡਿਲੀਟ ਸਿਲੈਕਟਡ ਟੈਕਸਟ ਬੜੀ ਸਿੰਪਲ ਗੱਲ ਹੈ, ਨਹੀਂ ਜੋ ਤੁਸੀਂ ਪੁੱਛਿਆ ਨਾ ਉਹਦਾ ਆਨਸਰ ਬਹੁਤ ਸਿੰਪਲ ਹੈ। ਤੁਸੀਂ ਸਿਲੈਕਟ ਕਰਨ ਤੋਂ ਬਾਅਦ ਡਿਲੀਟ ਕੀ ਦਬੋ ਤਾਂ ਜਿੰਨਾ ਵੀ ਸਿਲੈਕਟਡ ਹੈ ਸਾਰਾ ਹੀ ਇਕੱਠਾ ਹੀ ਇੱਕ ਵਾਰੀ 'ਚ ਮਿਟ ਜਾਂਦਾ ਹੈ। ਉਹਨੂੰ ਮਾਊਸ ਤੋਂ ਬਾਅਦ ਡਿਲੀਟ। ਹਾਂ ਨੈਕਸਟ ਇਹ ਵੀ ਇੱਕ ਚੀਜ਼ ਮੈਂ ਦੱਸਣੀ ਚਾਹੂੰਗਾ ਬਹੁਤ ਇੰਪੋਰਟੈਂਟ ਹੈ। ਜਿਵੇਂ ਇੱਥੇ ਕਰਸਰ ਖੜਾ ਆਪਾਂ ਨੇ ਆਹ ਸਿਲੈਕਟ ਕਰ ਲਿਆ, ਹੁਣ ਇਹ ਸਿਲੈਕਟ ਕਰਨ ਤੋਂ ਬਾਅਦ ਮੇਰੇ ਤੋਂ ਜਾਣਬੁੱਝ ਕੇ ਜਾਂ ਮੈਂ ਬਾਈ ਮਿਸਟੇਕ ਕੋਈ ਬਟਨ ਦੱਬਣ ਲੱਗਿਆ, ਮੰਨ ਲਓ ਮੈਂ ਦੱਬਿਆ, ਸਪੋਜ਼ ਕਰੋ ਮੈਂ ਡਾਟ ਦੱਬੀ, ਉਹ ਜਿੰਨਾ ਵੀ ਟੈਕਸਟ ਸੀਗਾ ਉਹ ਹਟ ਕੇ ਉਹਦੇ ਉੱਤੇ ਡਾਟ ਆ ਗਈ। ਯਾਨੀ ਜੇ ਅਗਰ ਮੈਂ ਸਿਲੈਕਟ ਕਰਨ ਤੋਂ ਬਾਅਦ ਸਿਲੈਕਸ਼ਨ ਦੇ ਉੱਤੇ ਕੁਝ ਟਾਈਪ ਕਰ ਦੇਵਾਂ ਤਾਂ ਸਿਲੈਕਟਡ ਟੈਕਸਟ ਵਿਲ ਬੀ ਰਿਪਲੇਸਡ ਵਿਦ ਜਿਹੜਾ ਕਰੈਕਟਰ ਤੁਸੀਂ ਟਾਈਪ ਕਰੋਗੇ ਉਹ ਉੱਤੇ ਆ ਜਾਊਗਾ, ਸਿਲੈਕਟਡ ਟੈਕਸਟ ਮਿਟ ਜਾਊਗਾ। ਹੁਣ ਜੇ ਇਹ ਬਾਈ ਮਿਸਟੇਕ ਹੋ ਗਿਆ ਹੋਵੇ, ਫਿਰ ਇਹ ਬਾਈ ਮਿਸਟੇਕ ਹੋ ਗਿਆ, ਮੈਂ ਕਰਨਾ ਨਹੀਂ ਸੀਗਾ, ਮੇਰੇ ਤੋਂ ਕੀਬੋਰਡ ਤੋਂ ਡਿਲੀਟ ਦੱਬਿਆ ਗਿਆ, ਉਹ ਜਿਹੜਾ ਟੈਕਸਟ ਸੀਗਾ ਨੀਚੇ ਵਾਲਾ ਉਹ ਮਿਟ ਗਿਆ। ਮੇਰੇ ਕੋਲ ਆਪਸ਼ਨ ਹੈਗਾ ਅਨਡੂ ਦੀ ਫੁੱਲ ਸ਼ਾਰਟਕਟ ਹੈ Ctrl+Z। ਅਨਡੂ ਮਤਲਬ ਜੇ ਮੈਂ ਟਾਈਪ ਕਰਦੇ ਹੋਏ ਬਾਈ ਮਿਸਟੇਕ ਕੋਈ ਗਲਤੀ ਕਰ ਗਿਆ ਤਾਂ ਆਈ ਹੈਵ ਆਪਸ਼ਨ ਟੂ ਅਨਡੂ ਮਾਈ ਲਾਸਟ ਐਕਸ਼ਨ। ਉਹ Ctrl+Z ਨਾਲ ਅਨਡੂ ਹੋ ਜਾਂਦਾ ਹੈ। ਆਪਾਂ ਆਫੀਸ਼ੀਅਲੀ ਇੱਥੇ ਲਿਖ ਵੀ ਲਵਾਂਗੇ, ਹਾਲੇ ਲਿਖਿਆ ਨਹੀਂ ਹੈਗਾ। ਨੀਚੇ ਚੱਲਦੇ ਹਾਂ, ਇੱਥੇ ਆ ਗਏ। ਐਡਿਟ ਮੈਨੂ ਦੇ ਅੰਦਰ ਕਾਪੀ ਕਮਾਂਡ ਤੁਸੀਂ ਕਰ ਚੁੱਕੇ ਹੋ, ਕੱਲ ਕੀਤੀ ਸੀ ਆਪਾਂ ਨੇ। ਕੱਟ ਕਮਾਂਡ ਹੈ, ਇਹਦਾ ਕੰਮ ਕੀ ਹੈ? ਕਾਪੀ ਤਾਂ ਕਰਦੇ ਆ ਨਾ ਵੀ ਇੱਕ ਵਾਰੀ ਕੁਝ ਲਿਖਿਆ ਹੈ ਉਹਨੂੰ ਪਹਿਲਾਂ ਕਾਪੀ ਕਰ ਲਿਆ, ਫਿਰ ਆਪਾਂ ਕਿਸੇ ਨਵੀਂ ਜਗ੍ਹਾ ਤੇ ਜਾ ਕੇ ਪੇਸਟ ਕਰ ਦਾਂਗੇ ਤਾਂ ਉਹੀ ਟੈਕਸਟ ਪੇਸਟ ਹੋ ਜਾਊਗਾ। ਕੱਟ ਦਾ ਕੰਮ ਹੈ ਸਿਲੈਕਟਡ ਟੈਕਸਟ ਵਿਲ ਬੀ deleted will be stored into clipboard, then it will be deleted from current location, current position, current file कह लो चाहे कि ਜਿਹੜਾ ਆਪਾਂ ਨੇ ਟੈਕਸਟ ਸਿਲੈਕਟ ਕਰ ਲਿਆ ਉਹਨੂੰ ਉਹ ਪਹਿਲਾਂ ਕਿਸੇ ਥਾਂ ਤੇ ਸਟੋਰ ਕਰ ਲਊਗਾ। ਸਟੋਰ ਕਰਨ ਤੋਂ ਬਾਅਦ ਕਲਿਪਬੋਰਡ ਸਟੋਰ ਕਰਨ ਤੋਂ ਬਾਅਦ ਉਹਨੂੰ ਸਕਰੀਨ ਤੋਂ ਮਿਟਾ ਦੂਗਾ। ਜਿਵੇਂ ਮੰਨ ਲਓ ਮੈਂ ਆ ਇੱਥੋਂ ਤੋਂ ਲੱਗ ਕੇ ਆ ਸਿਲੈਕਟ ਕਰ ਲਿਆ ਸਾਰਾ ਕੁਝ। ਸਿਲੈਕਟ ਕਰਨ ਤੋਂ ਬਾਅਦ ਹੁਣ ਮੈਂ ਐਡਿਟ ਤੇ ਜਾ ਕੇ ਕੱਟ ਕਮਾਂਡ ਦੇਣ ਲੱਗਿਆ। ਕੱਟ ਦਾ ਕੰਮ ਕੀ ਹੋਊਗਾ, ਇਹ ਇੱਥੋਂ ਮਿਟ ਜਾਊਗਾ। ਕੱਟ ਦਾ ਮਤਲਬ ਕੱਟ ਕਰਨਾ, ਮਟੇਣਾ। ਪਰ ਡੋਂਟ ਵਰੀ ਕਿ ਜਿਹੜਾ ਕੁਝ ਇੱਥੋਂ ਮੈਂ ਮਟਿਆ ਮਿਟ ਗਿਆ, ਬਟ ਉਹ ਮੈਮਰੀ ਵਿੱਚ ਸਮਵੇਅਰ ਪਿਆ। ਕਿੱਥੇ ਪਿਆ? ਉਸ ਜਗ੍ਹਾ ਨੂੰ ਆਪਾਂ ਕਹਿੰਦੇ ਆ ਕਲਿਪਬੋਰਡ। ਇੱਥੇ ਕੁਝ ਲਿਖਿਆ ਸੀਗਾ, ਆਪਾਂ ਇੱਥੋਂ ਉਹ ਕੱਟਤਾ, ਪਰ ਹਲੇ ਵੀ ਕਿਤੇ ਪਿਆ। ਜਿੱਥੇ ਪਿਆ ਉਹਨੂੰ ਆਪਾਂ ਕਹਿੰਦੇ ਆ ਕਲਿਪਬੋਰਡ। ਜਿਵੇਂ ਕਾਪੀ ਨਾਲ ਪਿਆ ਨਾ ਉਵੇਂ ਹੀ ਕੱਟ ਨਾਲ ਪਿਆ। Ctrl+V ਨਾਲ, V ਫਾਰ ਵਿਕਟਰੀ, V ਫਾਰ ਪੇਸਟ।
ਹੁਣ ਤੁਸੀਂ ਕਹ ਲਓ ਵੀ ਫਾਰ ਪੇਜ, ਤੁਸੀਂ Z ਨਾਲ ਵੀ ਆ ਜਾਂਦਾ ਹਾਂ ਉਹ ਵੀ ਹੈਗਾ ਲਾਸਟ ਐਕਸ਼ਨ। ਮੇਰੇ ਤੋਂ ਗਲਤੀ ਨਾਲ ਮੰਨ ਲਓ ਕੱਟ ਹੋ ਗਿਆ ਤੇ ਆਪਾਂ ਅੰਡੂ ਕਰ ਦਿੰਦੇ ਆ, ਹੁਣ ਵੀ ਕੰਟਰੋਲ Z ਕਰ ਦਿੰਦੇ ਨਾ, ਕੀ ਹੋਊਗਾ, ਮੈਂ ਕੱਟਣ ਤੋਂ ਬਾਅਦ ਇੱਥੇ ਐਂਟਰ ਵੀ ਦੱਬਿਆ ਆ, ਕੱਟਣ ਤੋਂ ਬਾਅਦ ਮੈਂ ਕੀ ਕਰ ਲੈਣਾ, ਇੱਥੇ ਐਂਟਰ ਦੱਬਤਾ, ਜਾਂ ਕੱਟਣ ਤੋਂ ਬਾਅਦ ਮੈਂ ਮੰਨ ਲਓ ਆਹ ਕੰਮ ਵੀ ਕਰ ਲਿਆ, ਐਂਟਰ ਦੱਬਤਾ, ਜਾਂ ਮੈਂ ਕੱਟਣ ਤੋਂ ਬਾਅਦ ਕੁਝ ਹੋਰ ਲਿਖ ਲਿਆ। ਹੁਣ ਕੰਟਰੋਲ Z ਦਬਾਂਗੇ ਤਾਂ ਮੇਰਾ ਲਾਸਟ ਐਕਸ਼ਨ ਕੈਂਸਲ ਹੋਊਗਾ। ਪਰ ਜਿਹੜਾ ਮੈਂ ਜੇ ਕੰਟਰੋਲ Z ਦਬਾਂਗਾ, ਦੇਖਿਓ ਆ ਜਿਹੜਾ ਲਾਸਟ ਮੈਂ ਟਾਈਪ ਕੀਤਾ ਇਹ ਮਿਟ ਜੂਗਾ। ਤੋ ਬਟ ਜਿਹੜਾ ਮੈਂ ਕੱਟ ਕੀਤਾ ਸੀਗਾ ਉਹ ਕਲਿੱਪਬੋਰਡ 'ਚ ਪਿਆ, ਤੁਹਾਨੂੰ ਪਤਾ ਨਾ ਕਲਿੱਪਬੋਰਡ 'ਚ ਜੇ ਕੋਈ ਚੀਜ਼ ਪਈ ਹੈ ਤਾਂ ਉਹ ਕਿਵੇਂ ਇੱਥੇ ਲੈ ਕੇ ਆਉਣੀ ਹੈ, ਕਿਵੇਂ ਲੈ ਕੇ ਆਉਣੀ ਹੈ, Ctrl+V, ਹਾਂ ਪੀਸ ਨਾਲ। ਉਹ ਹੁਣ ਜਿੱਥੇ ਮਰਜ਼ੀ ਲੈ ਸਕਦੇ ਆ, ਲਿਖਿਆ ਇੱਥੇ ਸੀ ਪਹਿਲਾਂ, ਇੱਥੋਂ ਕੱਟਤਾ ਆਪਾਂ ਇੱਥੇ ਲਿਆਉਂਦੇ ਆ, ਇੱਥੇ ਲੈ ਕੇ ਪੇਸਟ ਕਰ ਦਿੰਦੇ ਆ, Ctrl+V ਦਾ ਬਦਵਾ ਉਹ ਨੀਚੇ ਆ ਗਿਆ, ਆਹੀ ਅੱਖਰ ਨੀਚੇ ਆ ਗਏ, ਇਹ ਪਹਿਲਾਂ ਉੱਪਰ ਸੀਗੇ ਇੱਥੇ। ਤੋ ਕੱਟ ਕਰਕੇ ਉਹਨੂੰ ਮਟੇਤਾ, ਫਿਰ ਆਪਾਂ ਕਿਤੇ ਹੋਰ ਗਏ ਉੱਥੇ ਪੇਸਟ ਕਰਤਾ। ਤੋ ਅਸਲ ਦੇ ਵਿੱਚ ਕੱਟ ਦਾ ਕੰਮ ਕੀ ਹੈ, ਕੱਟ ਦਾ ਕੰਮ ਹੈ ਕੱਟ ਐਂਡ ਦੈਨ ਪੇਸਟ। ਇਹਦਾ ਕੰਮ ਹੈ ਟੂ ਮੂਵ ਟੈਕਸਟ ਫਰੋਮ ਵਨ ਪਲੇਸ ਟੂ ਅਨਦਰ। ਕੱਟ ਕਰਕੇ ਫਿਰ ਪੇਸਟ ਕਰਦੇ ਹਾਂ ਤਾਂ ਉਹ ਟੈਕਸਟ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੂਵ ਹੋ ਜਾਊਗਾ। ਜਿਵੇਂ ਆ ਮੈਂ ਕੀਤਾ, ਮੰਨ ਲਓ ਇਹਨੂੰ ਮੈਂ ਫਿਰ ਚੱਕ ਕੇ ਉੱਪਰ ਲੈ ਕੇ ਜਾਣਾ ਹੋਵੇ ਤਾਂ ਮੈਂ ਸਿਲੈਕਟ ਕਰ ਲੂੰਗਾ, ਉਸ ਤੋਂ ਬਾਅਦ ਮੈਂ ਕੱਟ ਕਮਾਂਡ ਦਊਂਗਾ, ਐਡਿਟ ਦੀ ਕੱਟ 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 ਕੱਟ। ਹੁਣ ਮੈਂ ਜਿੱਥੇ ਲੈ ਜਾਣਾ ਇੱਥੇ ਲੈ ਕੇ ਜਾਣਾ ਆ, ਇੱਥੇ ਲੈ ਗਿਆ, ਹੁਣ ਮੈਂ ਇੱਥੇ ਐਡਿਟ ਦੀ ਪੇਸਟ ਕਮਾਂਡ ਦਊਂਗਾ ਤਾਂ ਉਹ ਟੈਕਸਟ ਹਟ ਕੇ ਦੁਬਾਰਾ ਉੱਪਰ ਚਲਾ ਗਿਆ। ਕਰਕੇ ਦੇਖ ਲਓ ਪ੍ਰੈਕਟੀਕਲ ਇਹਨੂੰ, ਗੱਲਾਂ ਤਾਂ ਸਿੰਪਲ ਨੇ ਨਾ। ਕਾਪੀ ਪੇਸਟ ਜੋ ਇੱਕ ਥਾਂ ਤੇ ਲਿਖਿਆ ਹੈ ਉਹ ਉੱਥੇ ਤਾਂ ਪਈ ਰਹਿਣਾ, ਨਵੀਂ ਜਗ੍ਹਾ ਤੇ ਵੀ ਪੇਸਟ ਹੋ ਜਾਊਗਾ। ਕੱਟ ਐਂਡ ਦੈਨ ਪੇਸਟ, ਜਿਹੜਾ ਪਹਿਲਾਂ ਸਿਲੈਕਟ ਕਰਕੇ ਕੱਟ ਕਰਨਾ ਆ ਉਹ ਉੱਥੋਂ ਮਿਟ ਗਿਆ, ਫਿਰ ਉਹਨੂੰ ਕਿਤੇ ਹੋਰ ਲੈ ਜਾ ਸਕਦੇ ਹਾਂ। ਤੋ ਕੱਟ ਦਾ ਕੰਮ ਹੋ ਗਿਆ ਮੂਵ ਕਰਨਾ। ਇੱਦਾਂ ਹੀ ਮੈਂ ਇੱਕ ਗੱਲ ਹੋਰ ਰਿਪੀਟ ਵੀ ਹੋ ਜੂਗੀ, ਲਿਖੀ ਵੀ ਜਾਊਗੀ। ਕਾਪੀ ਐਂਡ ਦੈਨ ਪੇਸਟ, ਪਹਿਲਾਂ ਕਾਪੀ ਕਰੋ ਫਿਰ ਪੇਸਟ ਕਰੋ। ਇਹਦਾ ਕੰਮ ਕੀ ਹੈ, ਟੂ ਕਾਪੀ ਐਨੀ ਟੈਕਸਟ ਫਰੋਮ one place to another। ਕੱਲਾ ਕਾਪੀ ਕੰਮ ਕਰ ਦੂਗਾ ਪਰ ਕੰਪਲੀਟ ਨਹੀਂ ਹੈ, ਕਾਪੀ ਤੋਂ ਬਾਅਦ ਪੇਸਟ ਕਰਾਂਗੇ ਤਾਂ ਕੰਪਲੀਟ ਹੁੰਦਾ।